ਇਹ ਦੁਨੀਆ ਦਾ ਇੱਕੋ ਇੱਕ ਖੂਹ ਹੈ ਜਿਸ ਨੂੰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਗੁਰੂ ਕਲਗੀਧਰ ਦੇ ਅਸਥਾਨ ਤੇ ਮਹਾਂਪੁਰਖਾਂ ਨੇ ਬਾਬਾ ਬੋਤਾ ਸਿੰਘ ਨੇ ਇਸ ਦਾ ਅੰਮ੍ਰਿਤ ਛਕਾ ਕੇ ਜਲ ਮਿੱਠਾ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਸ਼ਬਦ ਚੈਨਲ। ਸ਼ਬਦ ਚੈਨਲ ਦੀ ਕੋਸ਼ਿਸ਼ ਹੁੰਦੀ ਹੈ ਕਿ ਹਰ ਵਾਰ ਕਿਸੇ ਨਾ ਕਿਸੇ ਧਾਰਮਿਕ ਸਥਾਨ ਦੇ ਸੰਗਤ ਨੂੰ ਦਰਸ਼ਨ ਕਰਵਾਏ ਜਾਣ ਅਤੇ ਉਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਵੀ, ਉਸ ਧਾਰਮਿਕ ਸਥਾਨ ਦੇ ਇਤਿਹਾਸ ਤੋਂ ਵੀ ਸੰਗਤ ਨੂੰ ਜਾਣੂ ਕਰਵਾਇਆ ਜਾਵੇ। ਅੱਜ ਅਸੀਂ ਪਹੁੰਚੇ ਹਾਂ ਪਿੰਡ ਦਲੀਏਵਾਲਾ, ਜ਼ਿਲ੍ਹਾ ਮਾਨਸਾ ਦੇ ਵਿੱਚ ਗੁਰਦੁਆਰਾ ਮਿਠਾਈਸਰ ਸਾਹਿਬ। ਇਹ ਧਰਤੀ ਦੋ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੇ ਚਰਨ ਇਸ ਧਰਤੀ ਦੇ ਉੱਤੇ ਪਾਉਂਦੇ ਨੇ ਅਤੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਦੀ ਵੀ ਇਹ ਚਰਨ ਛੋਹ ਪ੍ਰਾਪਤ ਧਰਤੀ ਹੈ। ਕੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਰਹਿੰਦਾ ਹੈ? ਮੇਰੇ ਨਾਲ ਬਾਬਾ ਸਤਨਾਮ ਸਿੰਘ ਜੀ ਮੌਜੂਦ ਨੇ। ਉਹਨਾਂ ਤੋਂ ਗੁਰਦੁਆਰਾ ਸਾਹਿਬ ਦਾ ਸਾਰਾ ਇਤਿਹਾਸ ਪੁੱਛਦੇ ਹਾਂ, ਸ਼ੁਰੂ ਤੋਂ ਲੈ ਕੇ ਕਿ ਕਿਵੇਂ ਗੁਰੂ ਨਾਨਕ ਦੇਵ ਜੀ ਇਸ ਸਥਾਨ 'ਤੇ ਆਉਂਦੇ ਹੈ, ਕਿਵੇਂ ਉਹਨਾਂ ਦੀ ਚਰਨ ਛੋਹ ਪ੍ਰਾਪਤ ਇਹ ਧਰਤੀ ਬਣਦੀ ਹੈ, ਅਤੇ ਫਿਰ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਧਰਤੀ ਦੇ ਉੱਤੇ ਆਉਂਦੇ ਨੇ। ਗੱਲਬਾਤ ਕਰ ਲੈਂਦੇ ਬਾਬਾ ਜੀ ਨਾਲ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਇਸ ਧਰਤੀ ਦੇ ਉੱਤੇ ਕਿਵੇਂ ਆਪਣੇ ਚਰਨ ਪਾਉਂਦੇ ਆ, ਕਿਵੇਂ ਸਾਰਾ ਸਬੱਬ ਬਣਦਾ? ਇਤਿਹਾਸਕ ਮੁਤਾਬਕ ਅਤੇ ਜਿਸ ਤਰ੍ਹਾਂ ਵਿਦਵਾਨਾਂ ਦੇ ਕਹਿਣ ਮੁਤਾਬਕ ਕਿ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੋ ਸਰਸੇ ਤੋਂ ਹੁੰਦੇ ਹੋਏ ਆ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਇੱਧਰ ਦੇ ਹੁੰਦੇ ਹੋਏ ਦਮਦਮਾ ਸਾਹਿਬ, ਲੱਖੀ ਜੰਗਲ ਅਤੇ ਇੱਧਰ ਆਪਣਾ ਲੰਬ ਵਾਲੀ ਨੂੰ ਹੁੰਦੇ ਹੋਏ ਸੱਚੇ ਪਾਤਸ਼ਾਹ ਗਏ ਆ। ਉਸੋਂ ਇਸ ਰਸਤੇ ਲੰਘਦਿਆਂ ਹੋਇਆਂ ਮਹਾਰਾਜ ਸਾਹਿਬ ਇਸੇ ਜਗ੍ਹਾ 'ਤੇ ਰਹੇ ਆ। ਇੱਥੇ ਪਾਤਸ਼ਾਹ ਦੱਸਦੇ ਆ ਕਿ ਪੁਰਾਣੇ ਬਜ਼ੁਰਗਾਂ ਤੋਂ ਸੁਣਦੇ ਰਹੇ ਆ ਕਿ ਪਾਤਸ਼ਾਹ ਕਹਿੰਦੇ ਇੱਥੇ ਜਗ੍ਹਾ 'ਤੇ ਮਹਾਰਾਜ ਬੇਰੀ ਆ ਪੁਰਾਤਨ, ਇਹ ਬੇਰੀ ਥੱਲੇ ਪਾਤਸ਼ਾਹ ਜੀ ਬੈਠੇ ਆ। ਅਤੇ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਮਹਾਰਾਜ ਭੁੱਖ ਬੜੀ ਲੱਗੀ ਆ ਅਤੇ ਕਿਰਪਾ ਕਰੋ। ਅਤੇ ਸਤਿਗੁਰਾਂ ਨੇ ਬਚਨ ਕੀਤਾ ਭਾਈ ਨਾਮ ਜਪ। ਅਤੇ ਆਂਦੇ ਥੋੜ੍ਹੇ ਸਮੇਂ ਬਾਅਦ ਫਿਰ ਬੇਨਤੀ ਕੀਤੀ ਹੈ ਉਸਨੇ। ਅਤੇ ਬੇਨਤੀ ਕਰਨ 'ਤੇ ਉਸ ਤੋਂ ਪਹਿਲਾਂ ਜੰਗਲ ਦੇ ਵਿੱਚ ਦੀ ਲੰਘਦਿਆਂ ਹੋਇਆਂ ਸਾਧੂਆਂ ਦੀ ਮੰਡਲੀ, ਜਟਾਧਾਰੀ ਸਾਧੂ ਸੰਤਾਂ ਦੀ ਮੰਡਲੀ ਜੋ ਇਸ ਜਗ੍ਹਾ 'ਤੇ ਲੰਘਦੀ ਹੋਈ ਸੀ ਅਤੇ ਗੁਰੂ ਨਾਨਕ ਸਾਹਿਬ ਨਾਲ ਉਹਨਾਂ ਦਾ ਮੇਲ ਹੋਇਆ। ਉਹਨਾਂ ਦੇ ਮਹਾਰਾਜ ਸਾਹਿਬ ਦੇ ਦਰਸ਼ਨ ਕੀਤੇ। ਦਰਸ਼ਨ ਕਰਕੇ ਨਜ਼ਰ ਨਿਹਾਲ ਹੋਏ, ਮਹਾਰਾਜ ਨਾਲ ਵਿਚਾਰ ਵਟਾਂਦਰਾਂ ਹੋਈਆਂ। ਭਾਈ ਮਰਦਾਨਾ ਜੀ ਨੇ ਫਿਰ ਵਚਨ ਕੀਤਾ, ਸੱਚੇ ਪਾਤਸ਼ਾਹ ਕਿਰਪਾ ਕਰੋ, ਭੁੱਖ ਬੜੀ ਲੱਗੀ ਹੈ। ਅਤੇ ਪਾਤਸ਼ਾਹ ਨੇ ਆਖਿਆ, ਭਾਈ ਮਰਦਾਨਾ ਜੀ ਇੰਝ ਕਰੋ, ਅੱਜ ਦੀ ਬੇਰੀ 'ਤੇ ਆਪਾਂ ਥੱਲੇ ਬੈਠੇ ਹਾਂ, ਆਹ ਬੇਰੀ ਹਲੂਣਾ ਮਾਰੋ। ਅਤੇ ਜਦੋਂ ਹਲੂਣਾ ਮਾਰਿਆ ਦੇ ਬੇਰੀ ਨੂੰ ਤਾਂ ਜੋ ਵੀ ਪੱਤਾ ਫੁੱਲ ਮਠਿਆਈ ਜੋ ਵੀ ਡਿੱਗਿਆ ਆਂਦੇ ਮਠਿਆਈ ਦਾ ਰੂਪ ਬਣ ਗਿਆ। ਸੋ ਜੇਕਰ ਮੈਂ ਪੁੱਛਾਂ, ਉਹ ਬੇਰੀ ਵੀ ਇਸ ਗੁਰਦੁਆਰਾ ਸਾਹਿਬ ਵਿਖੇ ਅੱਜ ਵੀ ਮੌਜੂਦ ਹੈ? ਹਾਂਜੀ, ਉਹ ਬੇਰੀ ਅੱਜ ਵੀ ਮੌਜੂਦ ਹੈ। ਇੱਕ ਵਾਰ ਸੰਗਤ ਨੂੰ ਉਹ ਬੇਰੀ ਦੇ ਜ਼ਰੂਰ ਦਰਸ਼ਨ ਕਰਵਾਉਣੇ ਚਾਹਾਂਗੇ ਕਿ ਕਿਹੜੀ ਉਹ ਬੇਰੀ ਹੈ, ਕਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਹੜੀ ਬੇਰੀ ਦੇ ਹੇਠ ਬੈਠਦੇ ਹੈ, ਅਤੇ ਕਿਹੜੀ ਬੇਰੀ ਤੋਂ ਮਿਠਾਈਆਂ ਨੇ ਜੋ ਡਿੱਗਦੀਆਂ ਨੇ, ਉਹ ਸੰਗਤ ਨੂੰ ਜ਼ਰੂਰ ਦਰਸ਼ਨ ਕਰਵਾਵਾਂਗੇ। ਉਹ ਬੇਰੀ ਅੱਜ ਵੀ ਗੁਰਦੁਆਰਾ ਮਿਠਾਈਸਰ ਸਾਹਿਬ, ਜ਼ਿਲ੍ਹਾ ਮਾਨਸਾ ਦੇ ਵਿੱਚ ਪਿੰਡ ਦਲੀਏਵਾਲਾ ਵਿਖੇ ਮੌਜੂਦ ਹੈ। ਉਹ ਸੰਗਤ ਨੂੰ ਦਰਸ਼ਨ ਕਰਵਾ ਰਹੇ ਹਾਂ ਕਿ ਕਿਹੜੀ ਉਹ ਬੇਰੀ ਹੈ। ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰ ਕੈਮਰਾ ਮਾਰ ਕੇ ਜ਼ਰੂਰ ਉੱਪਰ ਨੂੰ ਉਹ ਬੇਰੀ ਦੇ ਦਰਸ਼ਨ ਕਰਵਾ ਦਿੱਤੇ ਜਾਣ ਜਿੱਥੇ ਭਾਈ ਮਰਦਾਨਾ ਜੀ ਨੇ ਇਸ ਬੇਰੀ ਤੋਂ ਮਿਠਾਈ ਖਾਧੀ ਸੀ। ਅਤੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹ ਵੀ ਇਹ ਧਰਤੀ ਦੇ ਉੱਤੇ ਆਉਂਦੇ ਆ, ਉਹਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਇਸ ਵਕਤ ਜੋ TV ਸਕਰੀਨ 'ਤੇ ਤਸਵੀਰਾਂ ਦੇਖ ਰਹੇ ਹੋ, ਇਹ ਉਹੀ ਬੇਰੀ ਹੈ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਜੀ ਨੂੰ ਮਿਠਾਈ ਖਵਾਉਂਦੇ ਹੈ। ਇਹ ਉਹ ਬੇਰੀ ਹੁੰਦੀ ਹੈ। ਬਾਬਾ ਜੀ ਤੋਂ ਹੋਰ ਇਤਿਹਾਸ ਜਾਣਦੇ ਹਾਂ, ਆਜੋ ਬਾਬਾ ਜੀ। ਅਤੇ ਜਦੋਂ ਭਾਈ ਮਰਦਾਨਾ ਜੀ ਵਚਨ ਕਰਦੇ ਹੈ ਕਿ ਭੁੱਖ ਬੜੀ ਲੱਗੀ ਆ, ਤਾਂ ਇਹੀ ਉਹ ਬੇਰੀ ਹੁੰਦੀ ਹੈ ਜੀ? ਹਾਂਜੀ, ਇਹੀ ਬੇਰੀ ਆ। ਇਤਿਹਾਸਕ ਮੁਤਾਬਕ ਜੋ ਪੁਰਾਤਨ ਬੇਰੀ ਦੱਸੀ ਜਾ ਰਹੀ ਆ, ਕਿਉਂਕਿ ਆਪਣੀ ਸੁਰਤ ਸੰਭਾਲ ਤੋਂ ਬਹੁਤ ਸਮਾਂ ਪੁਰਾਤਨ ਬੇਰੀ ਆ ਜੀ। ਗੁਰੂ ਨਾਨਕ ਸਾਹਿਬ ਪਾਤਸ਼ਾਹ ਇਸ ਜਗ੍ਹਾ 'ਤੇ ਬੈਠੇ, ਸਾਧੂਆਂ ਨਾਲ ਮੇਲ ਹੋਇਆ। ਅਤੇ ਜਦੋਂ ਬਚਨ ਕੀਤਾ, ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਭੁੱਖ ਬੜੀ ਲੱਗੀ ਆ, ਕਿਰਪਾ ਕਰੋ। ਤਾਂ ਸੱਚੇ ਪਾਤਸ਼ਾਹ ਨੇ ਆਖਿਆ ਕਿ ਭਾਈ ਬੇਰੀ ਨੂੰ ਨਾ ਮਾਰੋ। ਆਂਦੇ ਜੋ ਵੀ ਪੱਤਾ ਫੁੱਲ ਜੋ ਵੀ ਡਿੱਗਿਆ, ਫਲ ਡਿੱਗਿਆ, ਉਹ ਮਠਿਆਈ ਰੂਪ ਧਾਰਨ ਕਰ ਗਿਆ। ਉਹ ਭਾਈ ਮਰਦਾਨਾ ਜੀ ਨੇ ਲਿਆ ਕੇ ਸੱਚੇ ਪਾਤਸ਼ਾਹ ਦੇ ਕੋਲ ਰੱਖਿਆ। ਸਾਧੂ ਸੰਤਾਂ ਨੂੰ ਛਕਾਇਆ, ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਛਕਿਆ, ਕਿਉਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਪਾਹੁਣਹਾਰੀ ਹਨ। ਅਤੇ ਇਹ ਸਾਰਾ ਕੌਤਕ ਜੰਗਲ ਦੇ ਵਿੱਚ ਬੈਠਾ ਇੱਕ ਕੋਹੜੀ ਵੇਖ ਰਿਹਾ ਸੀ, ਕਿਉਂਕਿ ਪਹਿਲਾਂ ਪਿੰਡਾਂ ਦੇ ਵਿੱਚੋਂ ਕੋਹੜੀਆਂ ਨੂੰ ਪਿੰਡਾਂ ਦੇ ਵਿੱਚੋਂ ਕੱਢ ਦਿੰਦੇ ਸੀਗੇ ਕਿ ਤੂੰ ਭਾਈ ਛੂਤ ਦੀ ਬਿਮਾਰੀ ਗਾਹਾਂ ਅੱਗੇ ਸਾਰੇ ਪਿੰਡ 'ਚ ਫੈਲਾਏਂਗਾ। ਆਂਦੀ ਉਹ ਜਿਹਾ ਕੌਤਕ ਇਹ ਕੋਹੜੀ ਵੇਖ ਰਿਹਾ ਸੀਗਾ।
ਉਸਨੇ ਜਦੋਂ ਮਹਾਰਾਜ ਸਾਹਿਬ ਦੇ ਪਾਤਸ਼ਾਹ ਦਾ ਇਹ ਸਾਰਾ ਕੌਤਕ ਵੇਖ ਕੇ ਮਹਾਰਾਜ ਚਰਨੀ ਆ ਕੇ ਲੱਗਿਆ ਕਿ ਮਹਾਰਾਜ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਵੀ ਬਹੁਤ ਦੁੱਖ ਹੈ ਅਤੇ ਮੇਰਾ ਵੀ ਸਤਿਗੁਰੂ ਦੁੱਖ ਦੂਰ ਕਰੋ। ਤੁਸੀਂ ਸਮਰੱਥ ਹੋ, ਤੁਸੀਂ ਜਿਹੜੀ ਕਲਾ ਵਰਤਾਈ ਆ, ਮਠਿਆਈਆਂ ਛਕਾ ਸਕਦੇ ਹੋ ਦਰਖਤਾਂ ਤੋਂ। ਅਤੇ ਪਾਤਸ਼ਾਹ ਨੇ ਆਖਿਆ ਜਿਹੜੀ ਆ ਛਪੜੀ ਆ ਜਿਹਦੇ ਕੰਢੇ 'ਤੇ ਬੈਠੇ ਆ, ਇਹ ਸਰੋਵਰ ਛਪੜੀ 'ਤੇ ਇਸ਼ਨਾਨ ਕਰ ਅਤੇ ਤੇਰਾ ਦੁੱਖ ਦੂਰ ਹੋਊਗਾ। ਅਤੇ ਉਹਨਾਂ ਦੇ ਮਹਾਰਾਜ ਦਾ ਹੁਕਮ ਮੰਨ ਕੇ ਉਹਨੇ ਇਸ਼ਨਾਨ ਕੀਤਾ। ਅਤੇ ਇਹ ਸਰੋਵਰ 'ਤੇ ਜਦੋਂ ਹੁਣ ਵੀ ਸੰਗਤਾਂ ਇਸ਼ਨਾਨ ਕਰਦੀਆਂ, 5 ਮੱਸਿਆ ਦਾ ਜੋੜ ਮੇਲਾ ਬਣਦਾ ਇੱਥੇ। ਅਤੇ 5 ਮੱਸਿਆ ਇਸ਼ਨਾਨ ਕਰਨ ਦੇ ਨਾਲ ਇੱਥੇ ਹੁਣ ਵੀ ਦੁੱਖ, ਕਿਸੇ ਪ੍ਰਕਾਰ ਦੇ ਦੁੱਖ ਹੋਵੇ ਉਹ ਦੂਰ ਹੁੰਦੇ ਆ। ਜਿਸ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਅੰਮ੍ਰਿਤਸਰ ਸਾਹਿਬ ਦੁੱਖ ਭੰਜਨੀ ਬੇਰੀ ਥੱਲੇ, ਉਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਇੱਥੇ ਦੁੱਖ ਸਰੋਵਰ 'ਤੇ। ਇਹੀ ਉਹ ਸਰੋਵਰ ਸਾਹਿਬ ਹੈ ਜਿੱਥੇ ਕੋੜੀ ਦਾ ਕੋੜ ਦੂਰ ਹੋ ਗਿਆ ਸੀ। ਇਹਦੇ ਵਿੱਚ ਹੀ ਉਹਨੇ ਇਸ਼ਨਾਨ ਕੀਤਾ ਸੀ। ਹਾਂਜੀ, ਇਸ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ। ਉਸ ਸਮੇਂ ਇਹ ਸਰੋਵਰ ਕੱਚਾ ਸੀਗਾ। ਉਹਦੇ ਬਾਅਦ ਸਮੇਂ ਦੇ ਨਾਲ ਇਹਦੀ ਦੁਬਾਰਾ ਇਹਦੀ ਸੇਵਾ ਹੁੰਦੀ ਆ ਅਤੇ ਪੱਕਾ ਹੁੰਦਾ ਗਿਆ ਇਸ। ਅਤੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਇਸ ਜਗ੍ਹਾ 'ਤੇ ਕਿਵੇਂ ਆਉਂਦੇ ਆ? ਉਹਨਾਂ ਦਾ ਇੱਥੇ ਆਉਣ ਦਾ ਕਿਵੇਂ ਇਹ ਸਾਰਾ ਸਬੱਬ ਬਣਦਾ? ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਮਹਾਰਾਜ ਦਮਦਮਾ ਸਾਹਿਬ ਦੀ ਧਰਤੀ 'ਤੇ ਠਹਿਰੇ ਹੋਏ ਹਨ ਅਤੇ ਉੱਥੇ ਅੰਮ੍ਰਿਤ ਵੇਲੇ ਦੀਵਾਨ ਦੀ ਸਮਾਪਤੀ ਉਪਰੰਤ ਪਾਤਸ਼ਾਹ ਨੇ ਬੇਨਤੀ, ਸਾਰੇ ਸੰਗਤ ਨੂੰ ਬੇਨਤੀ ਕੀਤੀ ਕਿ ਭਾਈ ਅੱਜ ਆਪਾਂ ਸ਼ਿਕਾਰ ਚੜ੍ਹਨਾ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀਵਾਨ ਦੀ ਸਮਾਪਤੀ ਉਪਰੰਤ ਉਹਦੇ ਬਾਅਦ ਮਹਾਰਾਜ ਸਾਹਿਬ ਨੇ ਸਾਰਾ ਆਪਦਾ ਕਾਰਜ ਸੰਭਾਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਉਸ ਦਮਦਮਾ ਸਾਹਿਬ ਦੀ ਧਰਤੀ ਤੋਂ ਚੜ੍ਹਦੇ ਵਾਲੇ ਪਾਸੇ ਨੂੰ ਮਹਾਰਾਜ ਸ਼ਿਕਾਰ ਚੜ੍ਹੇ ਆ। ਪੁਰਾਤਨ ਜਨਮ ਸਾਖੀਆਂ ਦੇ ਵਿੱਚ, ਪੁਰਾਤਨ 100 ਸਾਖੀਆਂ ਦੇ ਵਿੱਚ ਇਹ ਇਤਿਹਾਸ ਹੁੰਦਾ ਆਉਂਦਾ ਹੈ। ਅਤੇ ਸੱਚੇ ਪਾਤਸ਼ਾਹ ਜਦੋਂ ਸ਼ਿਕਾਰ ਚੜ੍ਹੇ ਚੜ੍ਹਦੇ ਵਾਲੇ ਪਾਸੇ, ਇਹ ਜਗ੍ਹਾ 'ਤੇ 9 ਕੌਮ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਚੜ੍ਹਦੇ ਵਾਲੇ ਪਾਸੇ ਆਏ ਆ। ਇਹ ਜਗ੍ਹਾ 'ਤੇ ਆ ਕੇ ਪਾਤਸ਼ਾਹ ਨੇ ਦਮ ਲਿਆ। ਜਿਸ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਹੁੰਚੇ ਆ, ਉਸ ਸਮੇਂ ਪਿਛਲਾ ਪੈਰ ਹੋ ਚੁੱਕਿਆ ਸੀਗਾ ਦਿਨ ਦਾ। ਪਿਛਲਾ ਪੈਰ ਹੋਣ ਕਰਕੇ ਸੱਚੇ ਪਾਤਸ਼ਾਹ ਸਿੰਘਾਂ ਨੂੰ ਪੁੱਛਣਾ ਕੀਤਾ, ਜਿਨੀ ਨਾਲ ਫੌਜ ਆਈ ਸੀ, ਕਿ ਸਾਰੇ ਸਿੰਘ ਰਹਿਤ ਮਰਜ਼ਾਦਾ ਵਿੱਚ ਕਾਇਮ ਨੇ। ਸਾਰਿਆਂ ਨੇ ਇਸ਼ਨਾਨ ਕੀਤਾ, ਕੰਗਾ ਕੀਤਾ, ਨਿਤਨੇਮ ਕੀਤਾ। ਤਾਂ ਇੱਕ ਸਿੰਘ ਨੇ ਬਚਨ ਕੀਤਾ, ਸੱਚੇ ਪਾਤਸ਼ਾਹ ਜੀ ਅੱਜ ਕੰਗਾ ਨਹੀਂ ਕੀਤਾ, ਸਰੀਰ ਢਿੱਲਾ ਮੱਠਾ ਹੋਣ ਕਰਕੇ। ਸਤਿਗੁਰਾਂ ਨੇ ਆਖਿਆ, ਭਾਈ ਸਿੰਘਾ ਪਿਛਲਾ ਪੈਰ ਹੈ, ਕੰਗਾ ਕਰੋ। ਸਾਰੇ ਸਿੰਘ ਵੀ ਕੰਗਾ ਕਰਨ, ਤਿਆਰ ਹੋਵੋ। ਅਤੇ ਸਿੰਘ ਵਾਸਤੇ ਆਪਣਾ ਇਸ਼ਨਾਨ ਕਰਨਾ, ਨਿਤਨੇਮ ਕਰਨਾ, ਕੰਗਾ ਕਰਨਾ, ਇਹ ਆਤ ਲਾਜ਼ਮੀ ਜ਼ਰੂਰੀ ਹੈ, ਮਰਜ਼ਾਦਾ ਵਿੱਚ ਹੈ। ਸਤਿਗੁਰਾਂ ਨੇ ਆਖਿਆ ਇਸ ਤੋਂ ਬਾਅਦ ਪਿਛਲੇ ਪਹਿਰ ਦਾ ਵੀ ਕੰਗਾ ਕਰਨਾ ਹੈ। ਇਸ ਜਗ੍ਹਾ 'ਤੇ ਪੁਰਾਤਨ ਸਿੰਘ ਕਹਿੰਦੇ ਹਨ, ਜੋ ਦਲਾਂ ਪੰਥਾਂ ਦੇ ਵੱਡੇ ਮੁਖੀ ਹਨ, ਬਾਬਾ ਸੰਤਾ ਸਿੰਘ ਜੀ ਮਹਾਂਬ੍ਰਹਮ ਗਿਆਨੀ ਮਹਾਂਪੁਰਖ ਕਹਿੰਦੇ ਕਰਦੇ ਸੀ ਕਿ ਇਹ ਜਗ੍ਹਾ ਦੇ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਸੀਗਾ ਕਿ ਭਾਈ ਜੋ 2 ਵਕਤ ਕੰਗੇ ਦੀ ਮਰਜ਼ਾਦਾ ਹੈ, ਸਵੇਰੇ ਅਤੇ ਨਿਹੰਗ ਸਿੰਘ ਸ਼ਾਮ ਨੂੰ ਕੰਗਾ ਕਰਦੇ ਆ ਪਿਛਲੇ ਪੈਰ ਦਾ, ਉਹ ਇੱਥੋਂ ਹੀ ਜਗ੍ਹਾ ਤੋਂ ਹੀ ਸ਼ੁਰੂ ਹੋਈ ਸੀ ਮਰਜ਼ਾਦਾ ਕਿ ਭਾਈ ਤਿਆਰ ਬਰ ਤਿਆਰ ਹੋ ਕੇ ਦੋਨੋਂ ਟਾਈਮ ਕੰਗਾ ਕਰਨਾ ਹੈ। ਸਤਿਗੁਰਾਂ ਦੇ ਉਸ ਤੋਂ ਉਪਰੰਤ ਜਦੋਂ ਇਹ ਬਚਨ ਹੋਇਆ ਤਾਂ ਕੰਗਾ ਕਰਨ ਤੋਂ ਬਾਅਦ ਸੱਚੇ ਪਾਤਸ਼ਾਹ ਨੂੰ ਹਰਨ ਦਿਖਾਈ ਦਿੱਤਾ। ਸੱਚੇ ਪਾਤਸ਼ਾਹ ਨੇ ਹਰਨ ਨੂੰ ਤੀਰ ਦਾ ਨਿਸ਼ਾਨਾ ਲਾ ਕੇ ਹਰਨ ਦਾ ਸ਼ਿਕਾਰ ਕੀਤਾ। ਜਦੋਂ ਸ਼ਿਕਾਰ ਕੀਤਾ, ਇਸ ਜਗ੍ਹਾ ਤੋਂ ਸਿਰਫ 2 ਕਿੱਲਿਆਂ ਦੀ ਵਾੜ 'ਤੇ ਜਗ੍ਹਾ 'ਤੇ ਉਹ ਆਪਣਾ ਨਿਸ਼ਾਨ ਸਾਹਿਬ, ਉੱਥੇ ਛੋਟਾ ਸਰੋਵਰ ਇੱਕ ਉੱਥੇ, ਜਿੱਥੇ ਹਰਨ ਦੀ ਮੁਕਤੀ ਕੀਤੀ। ਮਹਾਰਾਜ ਦਾ ਸਿੱਖ ਸੀਗਾ, ਉਹ ਹਰਨ ਦੀ ਜੂਨ 'ਚ ਪਿਆ ਹੋਇਆ ਸੀਗਾ, ਜੂਨ ਭੋਗ ਰਿਹਾ ਸੀਗਾ। ਸਤਿਗੁਰੂ ਉਹਦਾ ਉਧਾਰ ਕਰਨ ਦੇ ਲਈ ਇਹ ਜਗ੍ਹਾ 'ਤੇ ਪਹੁੰਚੇ। ਇੱਥੇ ਮਹਾਰਾਜ ਨੇ ਉਹਦਾ ਸਿੱਖ ਦਾ ਹਰਨ ਦਾ ਮੁਕਤੀ ਕੀਤੀ, ਉਹਦਾ ਸ਼ਿਕਾਰ ਕੀਤਾ। ਉਹਦੇ ਸ਼ਿਕਾਰ ਕਰਕੇ ਉਹ ਜਗ੍ਹਾ 'ਤੇ ਪਹੁੰਚੇ। ਭਾਈ ਡੱਲਾ ਨਾਲ ਆਇਆ ਸੀਗਾ, ਡੱਲੇ ਨੂੰ ਨਾਲ ਲੈ ਕੇ ਉਹ ਜਗ੍ਹਾ 'ਤੇ ਪਹੁੰਚ ਕੇ ਅਤੇ ਮਹਾਰਾਜ ਹਰਨ ਨੂੰ ਵੇਖ ਕੇ ਬਹੁਤ ਖੁਸ਼ ਹੁੰਦੇ ਆ। ਅਤੇ ਡੱਲੇ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਨੇ ਅੱਜ ਤਾਂ ਆਪ ਜੀ ਨੇ ਹਰਨ ਨੂੰ ਮਾਰ ਦਿੱਤਾ ਜੀਵ ਨੂੰ, ਅਤੇ ਨਾਲੇ ਆਪ ਜੀ ਮਹਾਰਾਜ ਵੇਖ ਕੇ ਇਹਨੂੰ ਖੁਸ਼ ਹੁੰਦੇ ਹੋ, ਇਹਦਾ ਖੁਸ਼ ਹੋਣ ਦਾ ਕੀ ਕਾਰਨ ਹੋਇਆ? ਤਾਂ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਭਾਈ ਡੱਲਿਆ ਇਹ ਸਾਡਾ ਸਿੱਖ ਸੀਗਾ ਅਤੇ ਗੁਰੂ ਘਰ ਦਾ ਖਜ਼ਾਨਾ ਚੋਰੀ ਕਰਦਾ ਸੀ। ਗੁਰੂ ਘਰ ਦਾ ਲੰਗਰ ਜਿਹੜਾ ਆਪਣਾ ਲੰਗਰ ਜੋ ਤਿਆਰ ਹੋ ਜਾਂਦਾ ਸੀਗਾ, ਲੂਣ ਮਿਰਚ ਭੋਗ ਲੱਗਣ ਤੋਂ ਪਹਿਲਾਂ ਚੱਖ ਲਿਆ ਕਰਦਾ ਸੀਗਾ। ਜਿਸ ਤਰ੍ਹਾਂ ਆਪਾਂ ਲੂਣ ਮਿਰਚ ਪਹਿਲਾਂ ਵੇਖ ਲੈਂਦੇ ਹਾਂ ਕਿ ਪਤਾ ਨਹੀਂ ਘੱਟ ਨਾ ਹੋਵੇ, ਵੱਧ ਨਾ ਹੋ ਜਾਵੇ, ਹੋਵੇ ਦਾਲ ਸਬਜ਼ੀ 'ਚ, ਕਿ ਆਪਾਂ ਗੁਰੂ ਸਾਹਿਬ ਨੂੰ ਖਵਾਉਣਾ। ਪਰ ਆਪਣੇ ਗੁਰਸਿੱਖਾਂ ਦੇ ਵਿੱਚ, ਗੁਰੂ ਦੀ ਲੰਗਰ ਦੇ ਵਿੱਚ ਇਹ ਮਰਜ਼ਾਦਾ ਨਹੀਂ ਕਿ ਭੋਗ ਲੱਗਣ ਤੋਂ ਪਹਿਲਾਂ ਗੁਰੂ ਸਾਹਿਬ ਤੋਂ ਕਿ ਆਪਾਂ ਆਪ ਖੁਦ ਲੂਣ ਮਿਰਚ ਵੇਖ ਸਕੀਏ। ਪਰ ਉਹ ਇਹ ਗੁਨਾਹ ਕਰਦਾ ਹੁੰਦਾ ਸੀਗਾ। ਅਤੇ ਗੁਰੂ ਘਰ ਦਾ ਆਗੂ ਸੀਗਾ, ਪਹਿਰੇਦਾਰ ਸੀਗਾ, ਅਤੇ ਉਹ ਖਜ਼ਾਨਾ ਵੀ ਚੋਰੀ ਕਰ ਲਿਆ ਕਰਦਾ ਸੀਗਾ। ਅਤੇ ਮਹਾਰਾਜ ਸਾਹਿਬ ਕਹਿੰਦੇ ਕਿ ਅਸੀਂ ਉਸ ਮੌਕੇ ਇਸ ਨੂੰ ਬਹੁਤ ਸਮਝਾਇਆ ਸੀ, ਬਹੁਤ ਵਰਜਿਆ ਸੀ, ਪਰ ਇਹ ਭਾਈ ਉਸ ਮੌਕੇ ਆਖੇ ਨਹੀਂ ਲੱਗਿਆ। ਇਸ ਵਾਸਤੇ ਇਹਨੂੰ ਹਰਨ ਦੀ ਜੂਨ ਭੋਗਣੀ ਪਈ। ਇਸ ਵਾਸਤੇ ਭਾਈ ਹੁਣ ਅਸੀਂ ਆਪਦੇ ਸਿੱਖ ਦਾ ਆਧਾਰ ਕੀਤਾ। ਗੁਰੂ ਸਾਹਿਬ ਨੇ ਆਧਾਰ ਕਰਕੇ ਫਿਰ ਮਹਾਰਾਜ ਸਾਹਿਬ ਨੇ ਉੱਥੋਂ ਵਾਪਸ ਆ ਕੇ ਜਿੱਥੇ ਆਪਦਾ ਆਸਣ ਲੱਗਿਆ ਸੀਗਾ ਕਿੱਕਰ ਥੱਲੇ, ਗੁਰੂ ਸਾਹਿਬ ਉਸ ਜਗ੍ਹਾ 'ਤੇ ਪਹੁੰਚੇ। ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਕਿ ਮਹਾਰਾਜ ਹੁਣ ਕੀ ਹੁਕਮ ਹੈ? ਅਤੇ ਗੁਰੂ ਸਾਹਿਬ ਨੇ ਆਖਿਆ, ਭਾਈ ਚਲੋ ਦਮਦਮਾ ਸਾਹਿਬ ਤੋਂ ਵਾਪਸ ਆਏ ਆ, ਅਤੇ ਦਮਦਮਾ ਸਾਹਿਬ ਹੀ ਆਪਾਂ ਵਾਪਸ ਚੱਲੀਏ ਆਪਦੇ ਡੇਰੇ। ਸਿੰਘਾਂ ਨੇ ਕਿਹਾ, ਮਹਾਰਾਜ ਜੰਗਲ ਦਾ ਇਲਾਕਾ ਹੈ ਅਤੇ ਜੰਗਲ ਹੋਣ ਕਰਕੇ ਦਮਦਮਾ ਸਾਹਿਬ ਪਤਾ ਨਹੀਂ ਕਿੰਨੀ ਕੁ ਦੂਰ ਹੋਵੇਗਾ, ਅਤੇ ਪਾਤਸ਼ਾਹ ਰਾਤ ਹੀ ਪੈ ਰਹੀ ਹੈ ਅਤੇ ਸੱਚੇ ਪਾਤਸ਼ਾਹ ਤੁਰਿਆ ਨਹੀਂ ਜਾਂਦਾ, ਥੱਕੇ ਹੋਏ ਆ। ਗੁਰੂ ਸਾਹਿਬ ਕਹਿਣ ਲੱਗੇ, ਚੰਗਾ ਭਾਈ ਇੱਥੇ ਜੰਗਲ ਦੇ ਵਿੱਚ ਇਸ ਜਗ੍ਹਾ 'ਤੇ ਡੇਰਾ ਕਰੋ, ਅੰਮ੍ਰਿਤ ਵੇਲੇ ਚੱਲਾਂਗੇ।
ਰਾਤ ਦਾ ਦੀਵਾਨ ਸਜੇ, ਰਹਿਰਾਸ ਦੇ ਪਾਠ ਸਮਾਪਤੀ ਹੋਈ। ਸਿੰਘਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਭੁੱਖ ਬੜੀ ਲੱਗੀ ਹੋਈ ਹੈ ਤੇ ਰਾਤ ਕਿਸ ਤਰ੍ਹਾਂ ਬਤੀਤ ਹੋਵੇਗੀ। ਤਾਂ ਗੁਰੂ ਸਾਹਿਬ ਨੇ ਆਖਿਆ, ਭਾਈ ਇੱਥੇ ਤਾਂ ਕੋਈ ਨੇੜੇ ਪਿੰਡ ਵੀ ਹੈ ਨਹੀਂ, ਇੰਝ ਕਰੋ ਜਿਹੜੇ ਕਿੱਕਰਾਂ ਖੜੀਆਂ ਹਨ ਇਹਨਾਂ ਦੇ ਉੱਪਰ ਚੜ੍ਹ ਕੇ ਤੇ ਇਹਨਾਂ ਨੂੰ ਹਲੂਣਾ ਮਾਰੋ। ਆਂਦੇ ਪੁਰਾਣੇ ਬਰਸ਼ ਬਹੁਤ ਪੁਰਾਣੇ ਕਿੱਕਰਾਂ ਖੜੀਆਂ ਸੀਗੀਆਂ। ਗੁਰੂ ਸਾਹਿਬ ਜਿਸ ਜਗ੍ਹਾ ਤੇ ਬੈਠੇ ਆਸੇ ਪਾਸੇ ਕਿੱਕਰਾਂ ਜੋ ਵੀ ਸੀਗੀਆਂ, ਮਹਾਰਾਜ ਸਾਹਿਬ ਦੇ ਹੁਕਮ ਨਾਲ ਸਿੰਘਾਂ ਨੇ ਚੜ੍ਹ ਕੇ ਹਲੂਣਾ ਮਾਰਿਆ। ਆਂਦੇ ਜੋ ਵੀ ਪੱਤਾ ਫੁੱਲ ਇਤਿਹਾਸ ਕਹਿੰਦਾ, ਇਹ ਮੈਂ ਨਹੀਂ ਕਹਿ ਰਿਹਾ, ਇਤਿਹਾਸਕ ਮੁਤਾਬਕ ਜੋ ਪੁਰਾਤਨ ਇਤਿਹਾਸਕ ਹੈ, ਕਿਉਂਕਿ ਨਵੇਂ ਇਤਿਹਾਸਾਂ ਦੇ ਵਿੱਚ ਅਦਲਾ ਬਦਲੀ ਤੋੜ ਪੜਾਈ ਹੋ ਜਾਂਦੀ ਆ। ਕਿਉਂਕਿ ਜੋ ਲਿਖਣ ਵਾਲੇ ਹੁੰਦੇ ਆ ਉਹ ਜੇ ਤਾਂ ਉਹਨਾਂ ਦੇ ਵਿੱਚ ਸਮਝ ਵਿੱਚ ਆਉਂਦਾ ਉਹ ਲਿਖ ਲੈਂਦੇ ਆ, ਜਿਹੜੀ ਚੀਜ਼ ਦੇਖੀ ਉਹ ਲਿਖ ਲਈ, ਜਿਹੜੀ ਨਹੀਂ ਉਹਨਾਂ ਨੇ ਦੇਖੀ ਉਹ ਕੱਟ ਦਿੰਦੇ ਆ। ਕਿਉਂਕਿ ਪੁਰਾਤਨ ਜਨਮ ਸਾਖੀਆਂ ਦੇ ਵਿੱਚ, ਪੁਰਾਤਨ 100 ਸਾਖੀਆਂ ਦੇ ਵਿੱਚੋਂ ਇੱਥੋਂ ਦਾ ਇਤਿਹਾਸ ਮਿਲੂਗਾ। ਨਵੀਆਂ 'ਚ ਅਸੀਂ ਕੁਝ ਕਹਿ ਨਹੀਂ ਸਕਦੇ ਕਿ ਮਿਲੂਗਾ ਜਾਂ ਨਹੀਂ ਮਿਲੂਗਾ। ਸੋ ਸਤਿਗੁਰਾਂ ਨੇ ਜਦੋਂ ਇਹ ਬਚਨ ਕੀਤਾ, ਆਂਦੇ ਉਹਨਾਂ ਨੇ ਮਠਿਆਈਆਂ ਜੋ ਵੀ ਡਿੱਗਿਆ ਪੱਤਾ ਫੁੱਲ ਸਤਿਗੁਰਾਂ ਦੇ ਹੁਕਮ ਨਾਲ, ਆਂਦੇ ਉਹ ਸਿੰਘਾਂ ਨੇ ਸ਼ਕਲ ਲੱਗ ਪਏ, ਸ਼ੁਰੂ ਕਰਨ ਲੱਗ ਪਏ, ਖਾਣ ਲੱਗ ਪਏ। ਕੁਝ ਸਿੱਖ ਮਹਾਰਾਜ ਦੇ ਕੋਲ 5-7 ਬੈਠੇ ਰਹੇ। ਇਤਿਹਾਸ ਕਹਿੰਦਾ ਮਹਾਰਾਜ ਸਾਹਿਬ ਨੇ ਕਿਹਾ, ਸਿੱਖੋ ਤੁਸੀਂ ਕਿਉਂ ਨਹੀਂ ਛਕਦੇ, ਤੁਸੀਂ ਛਕੋ, ਦੂਜੇ ਛਕੀ ਜਾਂਦੇ ਆ। ਉਹਨੇ ਕਿਹਾ, ਸਤਿਗੁਰੂ ਜੀ ਆਪ ਜੀ ਨਹੀਂ ਛਕ ਰਹੇ ਤੇ ਅਸੀਂ ਕਿਵੇਂ ਛਕੀਏ। ਫਿਰ ਜਿਹੜੀ ਕਹਿੰਦੇ ਆ ਕਿ ਇਤਿਹਾਸ ਦੇ ਵਿੱਚ ਕਿ ਮਹਾਰਾਜ ਸਾਹਿਬ ਨੇ ਸਿੱਖੀ ਪਰਖੀ, ਉਹ ਸਿੱਖਾਂ ਦੀ ਸਿੱਖੀ ਇਸ ਜਗ੍ਹਾ 'ਤੇ ਪਰਖੀ ਹੈ ਮਠਿਆਈ ਸਰ ਵਿਖੇ। ਗੁਰੂ ਸਾਹਿਬ ਨੇ ਆਖਿਆ ਕਿ ਇਹ ਮੇਰੇ ਗੁਰਮੁਖ ਸਿੱਖ ਸਿਦਕੀ ਸਿੱਖ ਹਨ, ਜਿਹੜੇ ਭੋਗ ਲਵਾ ਕੇ ਤੇ ਵੰਡ ਕੇ ਛਕਦੇ ਹਨ। ਜਿਹੜੇ ਖਾਈ ਜਾਂਦੇ ਆ, ਜਿਨ੍ਹਾਂ ਨੇ ਸਾਨੂੰ ਵੀ ਨਹੀਂ ਪੁੱਛਿਆ, ਇਹ ਪੇਟ ਪਾਲੂ ਹਨ। ਜਿਹੜੇ ਝੋਲੀਆਂ ਭਰੀ ਜਾਂਦੇ, ਇਕੱਠਾ ਕਰਨ ਲੱਗ ਪਏ, ਨਾ ਖਾ ਰਹੇ ਆ ਕਿ ਜਦੋਂ ਇਕੱਠਾ ਹੀ ਕਰ ਲਈਏ ਕਿਤੇ ਮੁੱਕ ਨਾ ਜਾਵੇ, ਇਹ ਟੱਬਰ ਪਾਲੂ ਸਿੱਖ ਹਨ। ਹੁਣ ਆਪਣੇ ਦੇ ਵਿੱਚ ਆਪਾਂ ਜਿੱਥੇ ਵੀ ਜਾਂਦੇ ਹਾਂ, ਦੂਰ ਨੇੜੇ ਆਪਣੇ ਪਰਿਵਾਰਾਂ ਵਿੱਚ ਵੀ ਹੋਰ ਜਗ੍ਹਾ 'ਤੇ ਵੀ ਆਪਾਂ ਵੇਖਦੇ ਹਾਂ, ਸਿੱਖਾਂ ਦੇ ਵਿੱਚ ਵੇਖਦੇ ਹਾਂ, ਆਪਾਂ ਕੀ ਵੇਖਦੇ ਹਾਂ ਕਿ ਸਤਿਗੁਰਾਂ ਦੇ ਉਸ ਫਰਮਾਨ ਮੁਤਾਬਕ ਕਿ ਆਪਣੇ ਵਿੱਚ ਕਈ ਪ੍ਰਕਾਰ ਦੇ ਸਿੱਖ ਹੁੰਦੇ ਹਨ। ਇੱਕ ਸੰਗਤ ਸਿੱਖ ਇਸ ਤਰ੍ਹਾਂ ਦੇ ਆ, ਜਿਹੜੇ ਮਹਾਰਾਜ ਸਾਹਿਬ ਨੇ ਉਹ ਬਚਨ ਪਹਿਲਾਂ ਕੀਤਾ ਕਿ ਸਿਦਕੀ ਸਿੱਖ, ਕਿ ਜਿਹੜੇ ਭੋਗ ਲਾ ਕੇ ਵੰਡ ਕੇ ਛਕ ਦੇਣਾ, ਚਾਹੇ ਆਪਦੇ ਵਾਸਤੇ ਬਚੇ ਚਾਹੇ ਨਾ ਬਚੇ, ਉਹਨਾਂ ਸਭ ਨੂੰ ਛਕਾ ਦੇਣਾ, ਸੰਗਤਾਂ ਨੂੰ ਛਕਾ ਦੇਣਾ, ਵੰਡ ਦੇਣਾ। ਇੱਕ ਸਿੱਖ ਐਸੇ ਨੇ ਜਿਨ੍ਹਾਂ ਨੇ ਦਵਾ ਦਾ ਆਪ ਹੀ ਖਾ ਲੈਣਾ, ਕੋਲ ਨਾਲ ਬੈਠੇ ਹੋਏ ਇਹਨੂੰ ਨਹੀਂ ਪੁੱਛਣਾ ਕਿ ਭਾਈ ਤੂੰ ਵੀ ਖਾ ਲਾ, ਸੁਲਾ ਵੀ ਨਹੀਂ ਮਾਰਨੀ, ਬਲਕਿ ਪਿੱਠ ਭਾਵਾਂ ਕਰ ਲੈਣਾ ਉਹਦੇ ਵੱਲ ਕਿਤੇ ਮੰਗ ਨਾ ਲਵੇ। ਇੱਕ ਸਿੱਖ ਇਸ ਤਰ੍ਹਾਂ ਦੇ ਅੱਜ ਪਰਿਵਾਰਾਂ ਦੇ ਵਿੱਚ ਵੀ ਤੇ ਸਿੱਖਾਂ ਦੇ ਵਿੱਚ ਵੀ ਤੇ ਆਮ ਜਗ੍ਹਾ 'ਤੇ ਵੀ ਸਾਧੂਆਂ ਸੰਤਾਂ ਦੇ ਵਿੱਚ ਵੀ ਆ ਮਿਲਦੇ ਆ, ਜਿਹੜੇ ਕਿ ਸਿਫਰ ਨਾ ਆਪ ਨੇ ਖਾਣਾ ਨਾ ਕਿਸੇ ਨੂੰ ਖਵਾਉਣਾ, ਬਲਕਿ ਪੱਲੇ ਬੰਨ੍ਹ ਲੈਣਾ, ਚਾਹੇ ਉਹ ਚੀਜ਼ ਅੰਦਰ ਗਲ ਜਾਵੇ, ਖਰਾਬ ਹੋ ਜੇ, ਲੇਕਿਨ ਸਿੱਟ ਦੇਣੀ ਜ਼ਰੂਰੀ ਆ, ਲੇਕਿਨ ਖਾਣਾ ਹੀ ਨਹੀਂ, ਨਾ ਕਿਸੇ ਖਵਾਉਣੀ ਆ। ਸੋ ਸਤਿਗੁਰਾਂ ਦਾ ਉਪਦੇਸ਼ ਸੀਗਾ। ਸਤਿਗੁਰਾਂ ਨੇ ਸਿੱਖੀ ਪਰਖ ਕੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਅੰਮ੍ਰਿਤ ਵੇਲਾ ਹੋਇਆ, ਅੰਮ੍ਰਿਤ ਵੇਲੇ ਇੱਥੋਂ ਮਹਾਰਾਜ ਸਾਹਿਬ ਦਮਦਮਾ ਸਾਹਿਬ ਵਾਪਸ ਉੱਥੇ ਚਲੇ ਗਏ ਆ। ਇਹ ਇਤਿਹਾਸ ਇੱਥੋਂ ਮਠਿਆਈ ਸਰਦਾ ਹੈ। ਇੱਥੇ ਮੱਸਿਆ ਦਾ ਹਰ ਸਾਲ ਜੋੜ ਮੇਲਾ ਭਰਦਾ ਮਹੀਨੇ ਦੇ ਮਹੀਨੇ, ਤੇ ਮਹਾਰਾਜ ਸਾਹਿਬ ਦੇ 4 ਜੋੜ ਮੇਲੇ ਇੱਥੇ ਮਨਾਏ ਜਾਂਦੇ ਆ। 2 ਬਰਸੀਆਂ ਸਮਾਗਮ ਨੇ। ਬਾਬਾ ਬੋਤਾ ਸਿੰਘ ਵੱਡੇ ਮਹਾਂਪੁਰਖ ਇੱਥੇ ਹੋਏ ਨੇ, ਤਾਪਸਥਾਨ ਹੁੰਦਾ ਹੈ, ਤੇ ਬੁੱਢੇ ਦਲ ਦੇ ਜਥੇਦਾਰ ਵੀ ਹੋਏ ਨੇ। ਬਾਬਾ ਜੀ ਜਥੇਦਾਰੀ ਵੀ ਉਹਨਾਂ ਨੇ ਕੀਤੀ ਸੀਗੀ। ਇਹ ਉਹਨਾਂ ਦਾ ਤਾਪਸਥਾਨ ਹੈ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਜੀ 14ਵੇਂ ਮੁਖੀ, ਇਹ ਉਹਨਾਂ ਦਾ ਪ੍ਰਬੰਧ ਹੈ, ਤੇ ਉਹਨਾਂ ਦੇ ਪ੍ਰਬੰਧ ਵਿੱਚ ਹੀ ਸਾਰਾ ਸਥਾਨ ਦਾ ਪ੍ਰਬੰਧ ਚੱਲ ਰਿਹਾ ਜੀ ਇੱਥੇ ਦੇ, ਤੇ ਦਾਸ ਸੇਵਾ ਕਰਦਾ ਇੱਥੇ ਮੱਸਿਆ ਦਾ ਹਰ ਸਾਲ ਦੇ ਸਾਲ ਆਪਣਾ ਮਹੀਨੇ ਦੇ ਮਹੀਨੇ ਜੋੜ ਮੇਲਾ ਮਨਾਇਆ ਜਾਂਦਾ, ਜੋ ਕਿ ਸਮੂਹ ਸੰਗਤਾਂ, ਨਗਰ ਨਿਵਾਸੀ, ਇਲਾਕਾ ਨਿਵਾਸੀ, ਦੂਰੋਂ ਸੰਗਤਾਂ, ਬਹੁਤ ਸੰਗਤਾਂ ਦੂਰੋਂ ਚੱਲ ਕੇ ਆਉਂਦੀਆਂ, ਸੰਗਤਾਂ ਦੀਆਂ ਮਨੋਕਾਮਨਾਵਾਂ ਪੂਰਨ ਹੁੰਦੀਆਂ। ਤੇ ਇੱਥੇ ਜੋ ਵੀ ਮਰਜ਼ਾਦਾ ਇੱਥੇ ਮਠੇਸਰ ਦੇ ਵਿੱਚ ਸਾਰੀ ਹੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਥ ਦੀ ਉਹੀ ਪੁਰਾਤਨ ਮਰਜ਼ਾਦਾ, ਉਹੀ ਨਿਤਨੇਮ ਦੀ ਮਰਜ਼ਾਦਾ, ਉਹੀ ਅਖੰਡ ਪਾਠਾਂ ਦੀ ਮਰਜ਼ਾਦਾ, ਉਹੀ ਪਾਠਾਂ ਦੀ ਅਰਦਾਸਾਂ ਬੇਨਤੀਆਂ ਦੀ ਸਾਰੀ ਮਰਜ਼ਾਦਾ, ਦਲ ਪੰਥ ਦੀ ਸ਼ਹੀਦੀ ਰੋੜੇ ਲੱਗਣੇ, ਕੜਾਹ ਪ੍ਰਸ਼ਾਦ ਦੀਆਂ ਸ਼ਹੀਦੀ ਦੀਗਾਂ ਦੇ ਨਾਲ ਅਖੰਡ ਪਾਠਾਂ ਸਾਹਿਬ ਦੀ ਪ੍ਰਾਰੰਭ, ਜੋਤ ਧੂਪ ਨਰੇਲ ਜਪਜੀ ਸਾਹਿਬ ਦੇ ਨਾਲ ਪਾਠ, ਸੁਖਮਨੀ ਸਾਹਿਬ ਦੇ ਪਾਠ, ਸਾਰੀ ਮਰਜ਼ਾਦਾ ਦਲ ਪੰਥ ਦੀ ਮਰਜ਼ਾਦਾ ਹੀ ਇੱਥੇ ਸਾਰੀ ਵਰਤਦੀ ਆ। ਤੇ ਵਿਵੇਕ ਦਾ ਪਹਿਰਾ, ਸੌਧ ਦਾ ਪਹਿਰਾ, ਸਰਬਲੋ ਦੇ ਬਾਟਿਆਂ ਦੇ ਬਰਤਨਾਂ ਦੇ ਬਣਾਉਣਾ, ਜਿਹੜਾ ਆਮ ਲੰਗਰ ਜਿਹੜਾ ਖੁੱਲ੍ਹਾ ਸੰਗਤ ਵਾਸਤੇ ਬਣਦਾ, ਜਿਹੜਾ ਪਹਿਰੇਦਾਰ ਆਪਦੇ ਛਕਣਾ ਜਾਂ ਸਿੰਘ ਜਲਾਉਂਦੇ ਆ ਉਹਦਾ ਵਾਸਤੇ, ਜਾਂ ਆਮ ਜਿਹੜਾ ਆਪਦੇ ਵਾਸਤੇ ਸਾਡਾ ਅਸੀਂ ਆਪ ਬਣਾਉਂਦੇ ਆ, ਉਹ ਸਰਬਲੋ ਦੇ ਪਹਿਰੇ ਦਾ, ਵਿਵੇਕ ਦਾ ਪਹਿਰਾ ਹੀ ਤੇ ਪਹਿਲੇ ਦਿਨ ਤੋਂ ਚੱਲਦਾ, ਤੇ ਵਿਵੇਕ ਦੇ ਪਹਿਰੇ ਹੀ ਚੱਲਦਾ ਰਿਹਾ। ਤੇ ਬਾਬਾ ਜੇਕਰ ਕਿਸੇ ਸੰਗਤ ਨੇ ਦੂਰੋਂ ਆਉਣਾ ਹੋਵੇ ਤਾਂ ਇੱਥੇ ਰਿਹਾਇਸ਼ ਦਾ ਪ੍ਰਬੰਧ ਹੈ ਕਿ ਸੰਗਤ ਇੱਥੇ ਰੁਕ ਸਕਦੀ ਹੈ ਗੁਰੂ ਸਾਹਿਬ ਦੇ ਦਰਸ਼ਨ ਕਰਨ? ਹਾਂਜੀ, ਇੱਥੇ 5-7 ਕਮਰਿਆਂ ਦਾ ਪ੍ਰੋਗਰਾਮ ਹੈਗਾ, ਜ਼ਿਆਦਾ ਕਮਰਿਆਂ ਦਾ ਤਾਂ ਨਹੀਂ ਹੈਗਾ, 5-7 ਕਮਰਿਆਂ ਦਾ ਪ੍ਰੋਗਰਾਮ ਹੈਗਾ ਜੀ। ਸੰਗਤ ਕੋਈ ਦੂਰੋਂ ਆਉਂਦੀ ਆ, ਰੁਕਦੀ ਵੀ ਆ, ਦਰਸ਼ਨਦਾਰੀ ਕਰਦੀ ਆ, ਮਹਾਰਾਜ ਸਾਹਿਬ ਦੀ ਹਾਜ਼ਰੀ ਭਰਦੀ ਆ, ਕਿਉਂਕਿ ਇੱਥੇ ਇਹ ਗੁਰੂ ਨਾਨਕ ਸਾਹਿਬ ਦਾ ਸਰੋਵਰ, ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬੈਠੇ ਉਹਨਾਂ ਦਾ ਵੱਡਾ ਦਰਬਾਰ ਸਾਹਿਬ ਦੇ ਨਾਲ ਸਰੋਵਰ, ਉੱਥੇ ਵੀ ਸਰੋਵਰ ਹੈ ਮਠਿਆਈ ਸਾਹਿਬ ਸਰੋਵਰ। ਇੱਕ ਸਰੋਵਰ ਉੱਥੇ ਆ ਜਿੱਥੇ ਮਹਾਰਾਜ ਸਾਹਿਬ ਨੇ ਸ਼ਿਕਾਰ ਕੀਤਾ ਹਰਨ ਦਾ। ਇੱਕ ਸਰੋਵਰ ਹੋਰ ਸੀਗਾ ਜਿਹਨੂੰ ਘੋੜਸਰ ਕਿਹਾ ਜਾਂਦਾ ਸੀਗਾ, ਜਦੋਂ 84 ਦੇ ਵਿੱਚ, ਜੂਨ 84 ਦੇ ਵਿੱਚ ਜੋ ਕਾਲ ਤਖਤ ਢੱਠਾ ਸੀ, ਜਦੋਂ ਸਰਕਾਰ ਨੇ ਆਇਆ ਸੀ ਦਿੱਲੀ ਸਰਕਾਰ ਨੇ,
ਉਸ ਮੌਕੇ ਬਾਬਾ ਸੰਤਾ ਸਿੰਘ ਜੀ ਮਹਾਂਪੁਰਖ 96 ਕਰੋੜੀ ਬੁੱਢਾ ਦਲ ਜਥੇਦਾਰ ਸਾਹਿਬ ਉਦੋਂ ਇਸ ਜਗ੍ਹਾ ਤੇ ਹੀ ਮਹਾਰਾਜ ਬਾਬਾ ਜੀ ਠਹਿਰੇ ਹੋਏ ਸੀ ਤੇ ਉਦੋਂ ਇਸ ਜਗ੍ਹਾ ਤੇ ਅਰਦਾਸਾ ਕਰਕੇ ਇੱਥੇ ਹੀ ਗ੍ਰਹਿ ਮੰਤਰੀ ਬੂਟਾ ਸਿੰਘ ਆਏ ਸੀ, ਇੱਥੇ ਰਾਜੀਵ ਗਾਂਧੀ ਆਇਆ ਸੀ ਬਾਬਾ ਜੀ ਲੈਣ। ਤੇ ਇੱਥੋਂ ਹੀ ਬਾਬਾ ਜੀ ਅਰਦਾਸਾ ਕਰਕੇ ਤੇ ਅਕਾਲ ਤਖ਼ਤ ਦੀ ਸੇਵਾ ਕਰਨ ਵਾਸਤੇ ਅੰਮ੍ਰਿਤਸਰ ਸਾਹਿਬ ਗਏ। ਇਹ ਉਹ ਸਥਾਨ ਹੈ ਤੇ ਉਸੇ ਸਮੇਂ ਹੀ ਵੱਡੇ ਦਰਬਾਰ ਸਾਹਿਬ ਦੀ ਜਦੋਂ ਆਪ ਜੀ ਨੂੰ ਦਰਸ਼ਨ ਕਰਾਉਣੇ ਆ, ਉਸ ਵੱਡੇ ਦਰਬਾਰ ਸਾਹਿਬ ਦੀ ਨਿਉ ਵੀ 84 ਵਿਖੇ ਉਸ ਮੌਕੇ ਦੀ ਧਰੀ ਹੋਈ ਹੈ, ਪ੍ਰਕਾਸ਼ ਕੀਤਾ ਜੀ। ਬਾਬਾ ਜੀ ਇੱਕ ਵਾਰ ਪੂਰਾ ਐਡਰੈਸ ਤੇ ਜੇਕਰ ਕਿਸੇ ਸੰਗਤ ਨੇ ਚੰਡੀਗੜ੍ਹ ਵਾਲੇ ਪਾਸੇ ਤੋਂ ਆਉਣਾ ਹੋਵੇ, ਜੇਕਰ ਕਿਸੇ ਸੰਗਤ ਨੇ ਲੁਧਿਆਣੇ ਵਾਲੇ ਪਾਸੇ ਤੋਂ ਆਉਣਾ ਹੋਵੇ ਤਾਂ ਕਿਹੜਾ ਰਸਤਾ ਸਹੀ ਰਹਿੰਦਾ ਹੈ, ਕਿੱਥੇ ਕਿ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, ਇਹ ਜ਼ਰੂਰ ਦੱਸ ਦਿਓ। ਇਹ ਪਿੰਡ ਦਲੀਏ ਵਾਲੀ ਗੁਰਦੁਆਰਾ ਮਠਿਆਈਸਰ ਸਾਹਿਬ ਜਿਹੜੀ ਪਟਿਆਲੇ ਵੱਲੋਂ ਸੰਗਤ ਆ ਰਹੀ ਹੈ, ਉਹ ਭਿੱਖੀ ਹੁੰਦਿਆਂ ਹੋਇਆਂ ਮਾਨਸਾ ਤੇ ਮਾਨਸਾ ਤੋਂ ਤਲਵੰਡੀ ਸਾਬੋ ਰੋਡ ਸਿੱਧਾ ਜਿੱਥੇ ਥਰਮਲ ਪਲਾਂਟ ਬਣਿਆ ਹੋਇਆ ਬੰਨਾ ਵਾਲੀ, ਉੱਥੋਂ 5 ਕਿਲੋਮੀਟਰ ਲਹਿੰਦੇ ਵਾਲੇ ਪਾਸੇ ਨੂੰ ਹੈ। ਜੇ ਬਰਨਾਲੇ ਪਾਸਿਓਂ ਆ ਰਹੇ ਹੋ ਤਾਂ ਬਰਨਾਲਾ ਧਨੌਲਾ ਹੁੰਦਿਆਂ ਹੋਇਆਂ ਸਿੱਧਾ ਆਪਣਾ ਮਾਨਸਾ। ਜੇ ਇੱਧਰੋਂ ਮੌੜ ਵਾਲੇ ਪਾਸਿਓਂ ਆ ਰਹੇ ਹੋ ਆਪ ਜੀ ਬਠਿੰਡਾ ਮੌੜ, ਤਾਂ ਮੌੜਾਂ ਤੋਂ ਸਿੱਧਾ ਕਮਾਲੂ, ਕਮਾਲੂ ਤੋਂ ਮਠਿਆਈਸਰ ਆਉਂਦਾ। ਜੇ ਇੱਧਰੋਂ ਬਠਿੰਡੇ ਵਾਲੇ ਪਾਸੇ ਆਉਂਦਾ ਤਾਂ ਬਠਿੰਡਾ ਸਾਬੋ ਤਲਵੰਡੀ, ਸਾਬੋ ਜਗ੍ਹਾ ਰਾਮ ਤੀਰਥ ਤੋਂ ਹੁੰਦਿਆਂ ਹੋਇਆਂ ਲੁਧਿਆਣੇ, ਇੱਧਰੋਂ ਬਰਨਾਲਾ, ਲੁਧਿਆਣਾ ਬਰਨਾਲਾ ਮਾਨਸਾ ਸਿੱਧਾ, ਤੇ ਮਾਨਸਾ ਤੋਂ ਸਿੱਧਾ ਸਾਬੋ ਤਲਵੰਡੀ ਰੋਡ। ਮਾਨਸਾ ਤੋਂ ਕਿੰਨੀ ਕੁ ਦੂਰ ਪੈਂਦਾ ਗੁਰਦੁਆਰਾ? ਇਹ ਮਾਨਸਾ ਤੋਂ 18 ਕਿਲੋਮੀਟਰ, ਤਲਵੰਡੀ ਸਾਬੋ ਤੋਂ ਵੀ 18 ਕਿਲੋਮੀਟਰ ਵਿਚਕਾਰ ਹੈ। ਸਰੋਵਰ ਦੇ ਦਰਸ਼ਨ ਕਰਵਾ ਦਿੰਦੇ ਇੱਕ ਵਾਰ ਸੰਗਤ ਨੂੰ ਕਿ ਜਿਹੜੇ ਸਰੋਵਰ ਦੇ ਵਚਨ ਕੀਤੇ ਗਏ ਗੁਰੂ ਸਾਹਿਬਾਨਾਂ ਦੇ ਵੱਲੋਂ ਕਿ ਇੱਥੋਂ ਕੋੜ ਪਿਆ ਵੀ ਇਸ ਸਰੋਵਰ ਦੇ ਵਿੱਚ ਜੇਕਰ ਕੋਈ ਇਸ਼ਨਾਨ ਕਰੂਗਾ ਉਹ ਬਿਲਕੁਲ ਠੀਕ ਹੋ ਜਾਊਗਾ। ਬਾਬਾ ਜੀ ਨੇ ਵੀ ਦੱਸਿਆ ਪਿੱਛੇ ਦਾ ਇਤਿਹਾਸ। ਬਾਬਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਵਰ ਦਿੱਤਾ, ਇੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਵਰ ਦਿੱਤਾ ਤੇ ਉਸ ਦੇ ਵਰ ਮੁਤਾਬਕ ਹੀ ਸੰਗਤਾਂ ਹੁਣ ਵੀ ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰਦੀਆਂ, ਮੱਸਿਆ ਨੂੰ ਬੇਅੰਤ ਸੰਗਤਾਂ ਤੇ ਇਸ਼ਨਾਨ ਕਰਦੀਆਂ ਤੇ ਦੁੱਖ ਰਾਜੀ ਹੁੰਦੇ ਆ, ਠੀਕ ਹੁੰਦੀਆਂ ਸੰਗਤਾਂ, ਮਹਾਰਾਜ ਦੀ ਕਿਰਪਾ। ਤੇ ਬਾਬਾ ਜੀ ਸ਼ਸਤਰ ਵੀ ਪਏ ਆ, ਉਹ ਕਿਹੜੇ ਗੁਰੂ ਸਾਹਿਬਾਨਾਂ ਦੇ ਨੇ? ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਾਰੀ ਸੁਰਤ ਤੋਂ ਸਾਡੇ ਸਮੇਂ ਤੋਂ ਪਹਿਲਾਂ ਦੇ ਪਏ ਨੇ। ਗੁਰੂ ਸਾਹਿਬ ਦੀ ਢਾਲ, ਗੁਰੂ ਸਾਹਿਬ ਦੀ ਕਟਾਰ, ਉਹਨਾਂ ਦੇ ਵੀ ਦਰਸ਼ਨ ਕਰਵਾਓ। ਹਾਂ, ਜੋ ਦਰਬਾਰ ਸਾਹਿਬ 'ਚ ਨੇ ਉਹਨਾਂ ਦੇ ਵੀ ਮਾਲਕ ਦੱਸਦੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਟਾਰ ਦੀ ਢਾਲ ਉਹਨਾਂ ਦੀ ਹੈ, ਮਾਲ ਗੁਰੂ ਕਲਗੀਧਰ ਦੀ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸ਼ਸਤਰਾਂ ਦੇ ਦਰਸ਼ਨ ਕਰਵਾਉਣ ਲੱਗੇ ਬਾਬਾ ਜੀ, ਕਿਹੜੇ ਸ਼ਸਤਰ ਨੇ ਗੁਰੂ ਸਾਹਿਬਾਨਾਂ ਦੇ? ਇਹ ਢਾਲ ਤੇ ਕਟਾਰ ਇਹ ਦੱਸਦੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਨੇ। ਸੰਗਤ ਜ਼ਰੂਰ ਦਰਸ਼ਨ ਕਰ ਲੈ। ਕੈਮਰਾਮੈਨ ਨੂੰ ਕਹੂੰਗਾ ਕਿ ਨੇੜੇ ਤੋਂ ਜ਼ਰੂਰ ਦਿਖਾ ਦਿੱਤੇ ਜਾਣ ਗੁਰੂ ਸਾਹਿਬਾਨਾਂ ਦੇ ਸ਼ਸਤਰ ਨੇ ਜੋ ਇਸ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਨੇ। ਤਸਵੀਰਾਂ ਦੇ ਵਿੱਚ ਦੇਖ ਰਹੇ ਹੋਣਗੇ ਕਿ ਗੁਰੂ ਸਾਹਿਬ ਦੀ ਢਾਲ ਵੀ ਪਈ ਹੈ ਤੇ ਹੋਰ ਵੀ ਕਈ ਸ਼ਸਤਰ ਨੇ ਤੇ ਗੁਰਦੁਆਰਾ ਸਾਹਿਬ ਦੇ ਅੰਦਰੋਂ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ। ਸੋ ਬਾਬਾ ਜੀ ਜਿਵੇਂ ਦੱਸਦੇ ਹੈ ਕਿ ਦੱਸਣ ਮੁਤਾਬਕ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸ਼ਸਤਰ ਨੇ। ਤੇ ਬਾਬਾ ਜੀ ਹੋਰ ਵੀ ਕੋਈ ਸ਼ਸਤਰ ਇੱਥੇ ਗੁਰੂ ਸਾਹਿਬਾਨਾਂ ਦੇ ਮੌਜੂਦ ਨਹੀਂ? ਗੁਰੂ ਸਾਹਿਬ ਦੇ ਸ਼ਸਤਰ ਦੋ ਸ਼ਸਤਰ ਹੀ ਨੇ ਉਹਨਾਂ ਦੇ, ਮਹਾਰਾਜ ਸਾਹਿਬ ਦੇ। ਬਾਕੀ ਦਰਬਾਰ ਸਾਹਿਬ ਜਿਵੇਂ ਆਪ ਜੀ ਨੂੰ ਪਹਿਲਾਂ ਦੱਸਿਆ ਗਿਆ ਹੈ ਕਿ ਇੱਥੇ ਜੋ ਵੀ ਮਰਜ਼ਾਦਾ ਸਾਈ ਦਲ ਪੰਥ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਪੁਰਾਤਨ ਮਰਜ਼ਾਦਾ, ਕਿਉਂਕਿ ਹੁਣ ਸਮੇਂ ਦੇ ਮੁਤਾਬਕ ਜਿੰਨੇ ਵੀ ਜਥੇਬੰਦੀਆਂ ਚਾਹੇ ਕੋਈ ਵੀ ਸੰਪਰਦਾਵਾਂ ਨੇ, ਕੋਈ ਸੰਤ ਸਮਾਜ ਸਭ ਸਮੇਂ ਦੇ ਹਿਸਾਬ ਨਾਲ ਜੋ ਕਿ ਜਿੰਨੀ ਮਰਜ਼ਾਦਾ ਸਾਰੀ ਛੱਡਦੀ ਤੁਰੀ ਜਾਂਦੀਆਂ ਨੇ, ਸਾਡੀ ਮਰਜ਼ਾਦਾ ਦੇ ਵਿੱਚ ਤੋੜ ਫੋੜ ਹੁੰਦੀ ਤੁਰੀ ਜਾਂਦੀ ਹੈ। ਸੋ ਸ਼੍ਰੋਮਣੀ ਪੰਥ ਅਕਾਲੀ ਨਿਹੰਗ ਸਿੰਘਾਂ ਦੇ ਵਿੱਚ ਜਾਂ ਤਖ਼ਤ ਹਜ਼ੂਰ ਸਾਹਿਬ ਦੇ ਵਿੱਚ ਜੋ ਮਰਜ਼ਾਦਾ ਹੈ ਉਹ ਪੁਰਾਤਨ ਮਰਜ਼ਾਦਾ ਨੂੰ ਸੰਭਾਲ ਕੇ ਰੱਖਿਆ ਗਿਆ ਹੋਇਆ। ਇੱਥੇ ਵੀ ਦੇਖੋ ਆਪ ਜੀ ਦਰਸ਼ਨ ਕਰ ਰਹੇ ਹੋ, ਇੱਥੇ ਗੁਰੂ ਸਾਹਿਬ ਦੇ ਜੀ ਦੇ 3 ਪ੍ਰਕਾਸ਼ ਹਨ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਆਦਿ ਗੁਰੂ ਗ੍ਰੰਥ ਸਾਹਿਬ ਜੀ, ਧੰਨ ਦਸਮ ਗੁਰੂ ਗ੍ਰੰਥ ਸਾਹਿਬ ਜੀ ਅਤੇ ਧੰਨ ਸਰਬਲੋ ਗ੍ਰੰਥ ਸਾਹਿਬ ਜੀ। ਪਹਿਲੇ ਦਿਨ ਤੋਂ 3 ਪ੍ਰਕਾਸ਼ ਆਦਿ ਦਸਮ ਸਰਬਲੋ ਤਿੰਨੋਂ ਮਹਾਰਾਜ ਦੇ ਪ੍ਰਕਾਸ਼ ਹੁੰਦੇ, 3 ਮਹਾਰਾਜ ਦੇ ਨਿਤਨੇਮ ਤੇ 3 ਮਹਾਰਾਜ ਦੇ ਹੁਕਮਨਾਮੇ ਅਰਦਾਸਾਂ ਤੋਂ ਬਾਅਦ ਲਏ ਜਾਂਦੇ ਨੇ। ਤੇ ਸਤਿਗੁਰਾਂ ਦੇ ਜਿਸ ਤਰ੍ਹਾਂ ਮਰਜ਼ਾਦਾ ਹੈ ਕਿ ਅੱਗੇ ਸ਼ਸਤਰ ਪਿੱਛੇ ਸ਼ਾਸਤਰ, ਸ਼ਾਸਤਰ ਭਾਵ ਗ੍ਰੰਥ ਅੱਗੇ ਸ਼ਸਤਰ, ਇਸੇ ਤਰ੍ਹਾਂ ਮਹਾਰਾਜ ਦੀ ਭਗਤੀ ਤੇ ਸ਼ਕਤੀ ਦੋਨਾਂ ਦਾ ਪ੍ਰਕਾਸ਼ ਇੱਥੇ ਸਥਾਨਾਂ ਤੇ ਹੁੰਦਾ ਹੈ। ਤੇ ਬਾਬਾ ਜੀ ਤੁਸੀਂ ਮੈਨੂੰ ਦੱਸ ਰਹੇ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਰੋਵਰ ਵੀ ਸੁਸ਼ੋਭਿਤ ਹੈ, ਉਹਨਾਂ ਦੇ ਵੀ ਦਰਸ਼ਨ ਕਰਵਾਓ। ਆਪਾਂ ਬਾਹਰ ਪਾਸੇ ਸਰੋਵਰ ਆ ਉਹਦੇ ਦਰਸ਼ਨ ਕਰਵਾਉਣੇ ਆਪ ਜੀ ਨੂੰ, ਤੇ ਮੰਜੀ ਸਾਹਿਬ ਦੇ ਸਥਾਨ ਵੀ ਤਾਂ ਕਰਵਾਉਣੇ ਜਿਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਸੀ। ਬਾਬਾ ਜੀ ਇਹ ਕਿਹੜੇ ਗੁਰੂ ਸਾਹਿਬਾਨਾਂ ਦਾ ਸਥਾਨ ਹੈ? ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਥਾਨ ਹੈ। ਇਹਨੂੰ ਮੰਜੀ ਸਾਹਿਬ ਦਾ ਸਥਾਨ ਹੈ। ਇਸ ਜਗ੍ਹਾ ਦਾ ਨਾਂ ਇਹ ਪੁਰਾਤਨ ਦਰਬਾਰ ਸਾਹਿਬ ਹੈ ਜਿਸ ਜਗ੍ਹਾ ਤੇ ਦਾਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਆ ਕੇ ਬੈਠੇ ਸੀ। ਤੇ ਇਸੇ ਜਗ੍ਹਾ ਤੇ ਕਿੱਕਰ ਦਾ ਦਰਖਤ ਸੀ ਵੱਡਾ, ਇਹਦੇ ਆਸੇ ਪਾਸੇ ਛੋਟੀਆਂ ਕਿੱਕਰਾਂ ਸਰੋਵਰ ਦੇ ਕੰਢੇ ਤੇ ਸੀ। ਬੱਲ ਨੂੰ ਸਰੋਵਰ ਦਰਸ਼ਨ ਕਰਾਉਣੇ ਆ, ਇਹ 10ਵੇਂ ਪਾਤਸ਼ਾਹ ਦਾ ਸਥਾਨ ਹੈ। ਬਾਬਾ ਜੀ ਜਿਹੜਾ ਇਹ ਸਰੋਵਰ ਦੇ ਅਸੀਂ ਦਰਸ਼ਨ ਕਰ ਰਹੇ ਹਾਂ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਰੋਵਰ ਹੈ? ਹਾਂਜੀ, ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ। ਉਹ ਸਾਹਮਣੇ ਬੇਨਤੀ ਕਰਾਂਗੇ ਤੁਹਾਨੂੰ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕਰੋ। ਇਹ ਸਾਹਮਣੇ ਦਰਬਾਰ ਸਾਹਿਬ ਜਿਹੜਾ ਨਾ ਛੋਟਾ ਦਰਬਾਰ ਸਾਹਿਬ ਹੈ, ਇਹ ਗੁਰੂ ਗੋਬਿੰਦ ਸਿੰਘ ਦਾ ਮਹਾਰਾਜ ਦਾ ਮੰਜੀ ਸਾਹਿਬ ਸਥਾਨ ਜਿੱਥੇ ਹੁਣ ਦਰਸ਼ਨ ਕਰਾ ਕੇ ਲਿਆਏ ਤੁਹਾਨੂੰ।
ਇੱਥੇ ਕਿੱਕਰ ਸੀਗੀ, ਇੱਥੇ ਮਹਾਰਾਜ ਸਾਹਿਬ ਦਾ ਆਸਣ ਸੀਗਾ। ਇਹਦੇ ਅੰਦਰ ਸਰੋਵਰ ਆ ਪੱਚਾ, ਕਿਉਂਕਿ ਮਹਾਰਾਜ ਸਾਹਿਬ ਗੁਰੂ ਸਾਹਿਬ ਜਿੱਥੇ ਬੈਠਦੇ ਸੀ ਉਹ ਜਲ ਦੇ ਕਿਨਾਰੇ ਤੇ ਮਹਾਰਾਜ ਸਾਹਿਬ ਦਾ ਆਸਣ ਹੁੰਦਾ ਸੀਗਾ। ਜਿਸ ਜਗ੍ਹਾ ਤੇ ਬੈਠਦੇ, ਚਾਹੇ ਨਦੀਆਂ ਦੇ ਕੰਢੇ ਲਾਓ, ਚਾਹੇ ਸਰੋਵਰ ਦੇ ਛੱਪੜ ਦੇ ਕੰਢੇ ਤੇ, ਜਿੱਥੇ ਮਹਾਰਾਜ ਸਾਹਿਬ ਬੈਠਦੇ ਸੀਗੇ। ਇਹ ਪੁਰਾਤਨ ਸਰੋਵਰ ਸੀਗਾ, ਪੁਰਾਤਨ ਉਸ ਸਮੇਂ ਕੱਚਾ ਸਰੋਵਰ ਸੀਗਾ, ਇੱਥੇ ਜੰਗਲ ਸੀਗਾ। ਤੇ ਉਸ ਸਮੇਂ ਮਹਾਰਾਜ ਸਾਹਿਬ ਇਸੇ ਜਗ੍ਹਾ ਤੇ, ਗੁਰੂ ਨਾਨਕ ਸਾਹਿਬ ਵੀ ਮਹਾਰਾਜ ਉਸ ਸਰੋਵਰ ਤੇ ਜਗ੍ਹਾ ਤੇ ਬੈਠੇ ਆ, ਤੇ ਗੁਰੂ ਗੋਬਿੰਦ ਸਿੰਘ ਇਸ ਜਗ੍ਹਾ ਤੇ, ਇਸ ਛਪੜੀ ਦੇ ਕੰਢੇ ਤੇ, ਸਰੋਵਰ ਦੇ ਕੰਢੇ ਤੇ ਬੈਠੇ ਮਹਾਰਾਜ ਸਾਹਿਬ ਜੀ। ਇਹ ਪੁਰਾਤਨ ਸਰੋਵਰ ਨੇ ਉਸ ਸਮੇਂ ਦੇ। ਬਾਬਾ ਜੀ ਇਹ ਕਿਹੜਾ ਸਥਾਨ ਹੈ? ਇਹ ਵੀ ਕੋਈ ਇਤਿਹਾਸ ਦੇ ਨਾਲ ਜੁੜਿਆ ਹੋਇਆ? ਇਹ ਜੋ ਆਪ ਜੀ ਨੇ ਦੱਸਿਆ ਕਿ ਬਾਬਾ ਬੋਤਾ ਸਿੰਘ ਜੀ ਇੱਥੇ ਪਹਿਲੇ ਜਥੇਦਾਰ ਗੁਰਦੁਆਰਾ ਸਾਹਿਬ ਦੇ ਪਹਿਰੇਦਾਰ, ਤੇ ਉਹਨਾਂ ਦਾ ਇਹ ਤਪ ਸਥਾਨ ਹੈ, ਜਿਹਨਾਂ ਦੀ ਦੱਸਦੇ ਆ ਕਿ ਬਾਬਾ ਜੀ ਦੀ ਉਮਰ ਬਹੁਤ ਸੀਗੀ, 135-36 ਸਾਲ ਦੀ ਬਾਬਾ ਜੀ ਦੀ ਉਮਰ ਸੀ ਮਹਾਂਪੁਰਖਾਂ ਦੀ। ਇਹ ਉਹਨਾਂ ਦਾ ਤਪ ਸਥਾਨ ਹੈ ਬਾਬਾ ਜੀ ਦਾ। ਤੇ ਤਪ ਦੇ ਨਾਲ ਹੁਣ ਤੇ ਕਰਕੇ ਇੱਥੇ ਬਾਬਾ ਜੀ ਨੇ ਖੂਹ ਲਾਇਆ, ਉਹ ਮਹਾਂਪੁਰਖਾਂ ਦਾ ਪੁਰਾਤਨ ਖੂਹ ਆ। ਤੇ ਜਿਸ ਸਮੇਂ ਖੂਹ ਲਾਇਆ ਸੀਗਾ ਉਸ ਸਮੇਂ ਮਹਾਂਪੁਰਖਾਂ ਨੇ ਇਹ ਖੂਹ ਦਾ ਜਲ ਖਾਰਾ ਨਿਕਲਿਆ। ਤੇ ਜਦੋਂ ਇਹ ਖਾਰਾ ਪਾਣੀ ਨਿਕਲਿਆ ਤਾਂ ਬਾਬਾ ਜੀ ਨੂੰ ਬੇਨਤੀ ਕੀਤੀ ਸਿੰਘਾਂ ਨੇ ਕਿ ਮਹਾਰਾਜ ਜਲ ਦਾ ਜੋ ਸੀਗਾ ਉਹ ਖਾਰਾ ਪਾਣੀ ਆ, ਮਿੱਠਾ ਨਹੀਂ ਗਾ। ਤੇ ਬਾਬਾ ਜੀ ਨੇ ਬਚਨ ਕੀਤਾ, ਭਾਈ ਜਦੋਂ ਇਹਨੇ ਅੰਮ੍ਰਿਤ ਨਹੀਂ ਛਕਿਆ ਨਗੋਰਾ, ਤੇ ਜਲ ਮਿੱਠਾ ਕਿਵੇਂ ਹੋਵੇਗਾ। ਤੇ ਫਿਰ ਸਿੰਘਾਂ ਨੂੰ ਬਾਬਾ ਜੀ ਨੇ ਬਚਨ ਕੀਤਾ ਕਿ ਸਿੰਘੋ ਤਿਆਰ ਬਰ ਤਿਆਰ, ਇਸ਼ਨਾਨ ਪਾਣ ਕਰਕੇ ਗੰਗਾ ਕਰਕੇ ਦਮਾਲੇ ਚਲਾ ਕੇ ਤਿਆਰ ਬਰ ਤਿਆਰ ਹੋ ਜਾਓ, ਕਿ ਬਾਬਾ ਬਾਟਾ ਅਖੰਡ ਦਾ ਅੰਮ੍ਰਿਤ ਦਾ ਤਿਆਰ ਕਰਨਾ। ਫਿਰ ਬਾਬਾ ਜੀ ਨੇ ਦੱਸਦੇ ਆ ਕਿ ਬਾਬਾ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਬਾਬਾ ਜੀ ਆਪ ਨਾਲ ਲੱਗੇ, ਬਾਬਾ ਜੀ ਨੇ ਲਾ ਕੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ। ਉਸ ਸਮੇਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੀ ਇੱਥੇ ਪਹੁੰਚਿਆ ਹੋਇਆ ਸੀ। ਸਾਹਿਬਜ਼ਾਦਾ ਬਾਬਾ ਸਾਹਿਬ ਸਿੰਘ ਜੀ ਕਲਾਧਾਰੀ ਪਹੁੰਚੇ ਹੋਏ ਸਨ, ਤੇ ਬਾਬਾ ਜੀ ਕਲਾਧਾਰੀ ਜੀ ਨੂੰ ਨਾਲ ਲਾ ਕੇ ਬਾਬਾ ਜੀ ਨੇ ਆਪ ਬਾਬਾ ਜੀ ਲੱਗ ਕੇ ਤੇ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਤੇ ਫਿਰ ਇਸ ਖੂਹ ਨੂੰ ਅੰਮ੍ਰਿਤ ਛਕਾਇਆ। ਦੁਨੀਆ ਦਾ ਕੋਈ ਵੀ ਖੂਹ ਨਹੀਂ ਦੁਨੀਆ ਤੇ ਜਿਸ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ ਹੋਵੇ। ਇਹ ਦੁਨੀਆ ਦਾ ਇੱਕੋ ਇੱਕ ਖੂਹ ਹੈ ਜਿਸ ਨੂੰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਗੁਰੂ ਕਲਗੀਧਰ ਦੇ ਅਸਥਾਨ ਤੇ ਮਹਾਂਪੁਰਖਾਂ ਨੇ ਬਾਬਾ ਬੋਤਾ ਸਿੰਘ ਨੇ ਇਸ ਦਾ ਅੰਮ੍ਰਿਤ ਛਕਾ ਕੇ ਜਲ ਮਿੱਠਾ ਕੀਤਾ। ਜਦੋਂ ਅੰਮ੍ਰਿਤ ਛਕਾਇਆ ਇਹਨੂੰ ਦਮਾਲੇ ਦਸਤਾਰਾਂ ਜੋ ਹਨ, ਕੰਗੇ ਕੜੇ, ਫਿਰ ਲੋਹੇ ਦੇ ਬਰਤਨ, ਕਸ਼ਹਿਰਾ, ਸਾਰਾ ਕੁਛ ਇਹਨੂੰ ਦੇ ਕੇ ਫਿਰ ਬਾਬਾ ਜੀ ਨੇ ਅੰਮ੍ਰਿਤ ਛਕਾ ਕੇ ਚੁੱਲ੍ਹੇ ਛਕਾ ਕੇ ਇਹਨੂੰ ਫਿਰ ਪੰਜਾਂ ਸਿੰਘਾਂ ਨੇ ਉਹਦੇ ਬਾਅਦ ਚਾਦਰਾਂ ਪਾ ਕੇ ਢੱਕਤਾ। ਪੁਰਾਤਨ ਬਜ਼ੁਰਗ ਦੱਸਦੇ ਆ, ਆਂਦੇ ਜਦੋਂ ਢੱਕਿਆ ਦਿੱਤਾ ਇਹਨੂੰ, ਢੱਕਣ ਤੋਂ ਬਾਅਦ ਵੱਡੇ ਮਹਾਂਪੁਰਖ ਬਾਬਾ ਸੰਤਾ ਸਿੰਘ ਦੱਸਦੇ ਹੁੰਦੇ ਸੀਗੇ ਕਿ ਜਦੋਂ ਢੱਕ ਦਿੱਤਾ, ਜਦੋਂ ਅੰਮ੍ਰਿਤ ਵੇਲੇ ਬਾਬਾ ਬੋਤਾ ਨੇ ਪਹਿਰ ਰਾਤ ਉੱਠਦੇ ਕਰਦੇ ਸੀਗੇ। ਨਾ ਬੰਦਗੀ ਵਾਲੇ ਸਾਧੂ ਸਨ, ਮਹਾਂਕਾਲ ਫਰਲੇ ਵਾਲੇ ਨਿਹੰਗ ਸਿੰਘ ਸਨ ਬਾਬਾ ਬੋਤਾ ਸਿੰਘ ਜੀ। ਅੰਮ੍ਰਿਤ ਵੇਲੇ ਉੱਠੇ ਜਦੋਂ ਆਉਂਦੇ ਤੇ ਉਹਨਾਂ ਦੇ ਜੇ ਸੇਵਾਦਾਰ ਸੀ ਬਾਬਾ ਚਤਨ ਸਿੰਘ ਜੀ, ਉਹਨਾਂ ਨੇ ਆਂਦੇ ਗੜਵਾ ਜਲ ਦਾ ਕੱਢਿਆ ਤੇ ਬਾਬਾ ਜੀ ਨੂੰ ਕਹਿਣ ਲੱਗੇ ਕਿ ਬਾਬਾ ਜੀ ਇਹ ਤਾਂ ਦੁੱਧ ਨਿਕਲਿਆ। ਤੇ ਬਾਬਾ ਜੀ ਕਹਿੰਦੇ ਵਿੱਚੇ ਪਾ ਦਿਓ। ਦੁਬਾਰਾ ਕੱਢਿਆ, ਆਂਦੇ ਜਲ ਨਿਕਲਿਆ। ਤੇ ਬਾਬਾ ਜੀ ਨੇ ਜਾਂਦੇ ਛਕੋ ਕੇ ਦੇਖੋ, ਭਾਈ ਜੀ ਛਕ ਕੇ ਦੇਖਿਆ ਤਾਂ ਮਿੱਠਾ ਜਲ ਸੀਗਾ। ਹੁਣ ਵੀ ਇਸੇ ਹੀ ਖੂਹ ਦਾ ਜਲ ਜੋ ਪਵਿੱਤਰ ਜਲ ਮੰਨਿਆ ਜਾਂਦਾ ਹੈ ਤੇ ਸਾਫ਼ ਸੁਥਰਾ ਹੈ, ਕੋਈ ਇਹਦੇ ਵਿੱਚ ਕੀੜਾ ਨਹੀਂ, ਕੋਈ ਇਹਦੇ ਵਿੱਚ ਜਲ 'ਚ ਖਰਾਬੀ ਨਹੀਂ। ਜਿਸ ਤਰ੍ਹਾਂ ਹੁਣ ਖੂਹਾਂ ਦੇ ਪਾਣੀ ਖਰਾਬ ਹੋ ਗਏ, ਆਮ ਖੂਹਾਂ ਦੇ ਹੋ ਜਾਂਦੇ ਆ, ਇਹ ਖੂਹ ਪਵਿੱਤਰ। ਤੇ ਇਸ ਦੇ ਵਿੱਚ ਸਰਬਲੋ ਦਾ ਭਾਂਡਾ ਹੀ ਪਾਇਆ ਜਾਂਦਾ। ਇੱਥੇ ਸਰਬਲੋ ਦਾ ਹੀ ਪਹਿਰਾ, ਇੱਥੇ ਤੁਸੀਂ ਸਾਹਮਣੇ ਦੇਖ ਰਹੇ ਹੋ ਕਿ ਸਰੋਤ ਸੁਨਹਿਰੇ ਪਾਈ ਆ, ਇੱਥੇ ਸ਼ਹੀਦੀ ਦੇਗਾਂ ਦੇ ਸ਼ਰਦਾਈਆਂ ਦੀਆਂ ਦੇਗਾਂ ਲੱਗਦੀਆਂ ਨੇ। ਇੱਥੇ ਸਰਬਲੋ ਦੇ ਭਾਂਡੇ ਆ, ਅੰਦਰ ਆ ਪੇਟੀ ਸਰਬਲੋ ਦੇ ਭਾਂਡੇ ਨੇ। ਇੱਥੇ ਸਰਬਲੋ ਦਾ ਹੀ ਪਹਿਰਾ। ਇਹਦੇ ਇੱਕ ਤਾਂ ਦਰਬਾਰ ਸਾਹਿਬ ਦੇ ਥੜੇ ਤੇ ਉੱਥੇ ਕਿਸੇ ਪ੍ਰਕਾਰ ਦਾ ਕੋਈ ਆਪਣਾ ਭੁੱਲ ਚੁੱਕ ਤੋਂ ਖਿਮਾ ਰੱਖਦੇ ਆ। ਇੱਕ ਇਸ ਜਗ੍ਹਾ ਤੇ ਜਿੱਥੇ ਆਪਣਾ ਦੇਗਾਂ ਦਾ ਪਹਿਰਾ, ਇੱਥੇ ਸੂਚਮਤਾਈ ਭੁੱਲ ਚੁੱਕ ਤੋਂ ਖਿਮਾ ਰੱਖਦੇ ਆ। ਇਸ ਦਾ ਭਾਵ ਕਿ ਸੋਧੇ ਪਹਿਰੇ ਦੋਨੇ ਜਗ੍ਹਾ ਤੇ, ਦਰਬਾਰ ਥੜੇ ਤੇ ਸੋਧਾ ਪਹਿਰਾ ਤੇ ਇਸ ਜਗ੍ਹਾ ਤੇ ਵੀ ਆਪਣਾ ਲੰਗਰ ਦੇ ਵਿੱਚ ਸ਼ੋਧ ਦਾ ਪਹਿਰਾ ਚੱਲਦਾ। ਤੇ ਵਿਵੇਕ ਦਾ ਲੋਹੇ ਦੇ ਭਾਂਡੇ 'ਚ ਬਣਾਉਣਾ ਤੇ ਲੋਹੇ ਦੇ ਭਾਂਡੇ 'ਚ ਹੀ ਖਾਣਾ। ਜੇ ਕੋਈ ਸੰਗਤ ਆਮ ਜੋ ਵੀ ਜਿਸ ਤਰ੍ਹਾਂ ਕੋਈ ਆ ਜਾਂਦਾ, ਉਹਨੂੰ ਇੱਥੇ ਸਾਈਡ 'ਤੇ ਖੜਾ ਕੇ ਭਾਈ ਉੱਥੇ ਪ੍ਰਸ਼ਾਦਾ ਪਾਣੀ ਦਿੱਤਾ ਜਾਂਦਾ, ਅੱਗੇ ਨਹੀਂ, ਕਿਉਂਕਿ ਇਹ ਮਰਜ਼ਾਦਾ ਸੋਧ ਵਿਵੇਕ ਦੀ ਮਰਜ਼ਾਦਾ ਕਹੀ ਜਾਂਦੀ ਹੈ ਇਸ ਨੂੰ, ਜਿਹਦੇ ਵਿੱਚ ਕਿ ਜਿਹੜੇ ਸਿੰਘ ਮਰਜ਼ਾਦਾ ਵਾਲੇ ਉਹੀ ਬਣਾ ਕੇ ਸਕਦੇ ਆ ਤੇ ਉਹੀ ਵਰਤਾ ਸਕਦੇ ਆ। ਇਹ 'ਚ ਆਮ ਨਹੀਂ ਹੁੰਦਾ ਕਿ ਕੋਈ ਵੀ ਮੋਨਾ ਕੋਨਾ ਜਾਂ ਕੋਈ ਵੀ ਹੋਟਲਾਂ ਤੋਂ ਖਾਣ ਵਾਲਾ ਜਾਂ ਜੂਠ ਮਿੱਠ ਖਾਣ ਵਾਲਾ ਕੋਈ ਵੀ ਆ ਕੇ ਆਖੇ ਕਿ ਮੈਂ ਇਹ ਕਰ ਲਾਂ, ਉਹਦਾ ਨਹੀਂ। ਜਿਹੜਾ ਇੱਥੇ ਲੱਗੂਗਾ ਉਹਦੀ ਅਰਦਾਸ ਕਰਕੇ ਪੂਰਾ ਹੋਵੇ ਸਿੰਘ, ਉਹ ਸੇਵਾ 'ਚ ਲੱਗ ਸਕਦਾ। ਇਹ ਦਲਪੰਥੀ ਮਰਜ਼ਾਦਾ ਹੈ। ਇਸ ਖੂਹ ਦੇ ਵਿੱਚ ਬਾਬਾ ਅਤਰ ਸਿੰਘ ਜੀ ਮਸਤੋਂ ਵਾਲੇ ਉਹ ਵੀ ਮਹਾਂਪੁਰਖ ਆਏ ਸੀ ਤੇ ਉਹਨਾਂ ਨੇ ਵੀ ਦੱਸਦੇ ਉਸ ਮੌਕੇ ਬਾਬਾ ਜੀ ਨੇ ਮਾਇਆ ਹਾਜ਼ਰ ਕਰਕੇ ਇਹ ਖੂਹ ਦੇ ਵਿੱਚ ਆਪਦਾ ਹਿੱਸਾ ਪਾਇਆ, ਯੋਗਦਾਨ ਪਾਇਆ। ਇਹ ਪੁਰਾਤਨ ਖੂਹ ਹੈ ਤੇ ਅੱਜ ਵੀ ਤਿਆਰ ਵਰਤਿਆ ਚੱਲਦਾ ਹੈ। ਤੇ ਅੱਜ ਵੀ ਇੱਥੇ ਮਹਾਂਪੁਰਖਾਂ ਦੀ ਬਾਬਾ ਬੋਤਾ ਦੀ ਗੁਰੂ ਕਲਗੀਧਰ ਦੀ ਕਲਾ ਵਰਤਦੀ ਹੈ, ਸ਼ਹੀਦੀ ਪਹਿਰੇ ਰਹਿੰਦੇ ਇੱਥੇ। ਤੇ ਜੇ ਕਿਸੇ ਮੌਕੇ ਸਾਥੋਂ ਵੀ ਕੋਈ ਗਲਤੀ ਹੋ ਜਾਂਦੀ ਆ ਤੇ ਸਾਨੂੰ ਪ੍ਰਤੱਖ ਇੱਥੇ ਕਲਾ ਵਰਤਦੀ ਆ ਕਿ ਸਾਨੂੰ ਵੀ ਪਤਾ ਲੱਗ ਜਾਂਦਾ ਕਿ ਸਾਥੋਂ ਕੋਈ ਨਾ ਕੋਈ ਗਲਤੀ ਹੋਈ ਆ। ਮੱਗੇ ਨਾਲ ਦੇ ਨਾਲ ਚਪੇੜ ਭਾਵ ਕਿ ਇੱਥੇ ਕੋਈ ਨਾ ਕੋਈ ਸਜ਼ਾ ਤਿਆਰ ਵਰਤਿਆ ਮਿਲ ਜਾਂਦੀ ਆ, ਕਿਉਂਕਿ ਇਹ ਸ਼ਹੀਦਾਂ ਦਾ ਅਸਥਾਨ ਹਟੀ ਦਾ ਵੀ ਸਥਾਨ ਹੈ।
ਤੇ ਇੱਥੇ ਸਾਰੇ ਦਲ ਪੰਥ ਜਿੰਨੇ ਵੀ ਸਾਲ ਦੇ ਵਿੱਚ ਜਿੰਨੇ ਵੀ ਦਲ ਆ ਸਾਰੇ ਦਲ ਇੱਥੇ ਬਾਬਾ ਜੀ ਕੋਲ ਇੱਥੇ ਮਠਿਆਈ ਸਰ ਪਹਿਲੇ ਦਿਨ ਤੋਂ ਆਉਂਦੇ ਸੀਗੇ ਤੇ ਹੁਣ ਵੀ ਆਉਂਦੇ ਆ। ਸਾਰੇ ਦਲ ਵਿਸਾਖੀ ਤੇ ਆਉਂਦੇ ਜਦੋਂ ਉਹ ਸਾਰੇ ਦਲ ਕੁਛ ਦਲ ਆਉਂਦੇ ਤੇ ਕੁਝ ਜਾਂਦੇ ਹੋਏ, ਕੋਈ ਇੱਕ ਰਾਤ ਕੋਈ 2 ਰਾਤ, ਹਰ ਘੋੜ ਸਵਾਰ ਦਲ ਇੱਥੇ ਆ ਕੇ ਪੜਾ ਲਾ ਕੇ ਮਹਾਂਪੁਰਖਾਂ ਨੂੰ ਨਮਸਕਾਰ ਕਰਕੇ ਜਾਂਦੇ ਆ ਗੁਰੂ ਕਲਗੀਧਰ ਦੇ ਦਰਬਾਰ 'ਚ। ਇਹ ਸਥਾਨ ਦਾ ਮਠਿਆਈ ਸਰ ਤਾਂ ਕਰਕੇ ਨਾਂ ਆ। ਗੁਰੂ ਨਾਨਕ ਸਾਹਿਬ ਵੀ ਮਠਿਆਈ ਚੜਾਈ ਹੈ ਮਹਾਰਾਜ ਸਾਹਿਬ ਨੇ ਦਰਖਤਾਂ ਤੋਂ, ਗੁਰੂ ਗੋਬਿੰਦ ਸਿੰਘ ਨੇ ਵੀ ਮਠਿਆਈ ਦਰਖਤਾਂ ਤੋਂ ਘੇਰੀ ਆ। ਇਸ ਕਰਕੇ ਦੋਨੋਂ ਪਾਤਸ਼ਾਹਾਂ ਨੇ ਮਠਿਆਈ ਦਾ ਕੌਤਕ ਰਚਿਆ ਤੇ ਇਸ ਕਰਕੇ ਇਸ ਸਥਾਨ ਦਾ ਨਾਂ ਗੁਰਦੁਆਰਾ ਮਠਿਆਈ ਸਰ ਸਾਹਿਬ ਪਾਤਸ਼ਾਹੀ ਪਹਿਲੀ ਤੇ ਪਾਤਸ਼ਾਹੀ ਦਸਵੀਂ ਸ਼੍ਰੋਮਣੀ ਨਿਹੰਗ ਸਿੰਘਾਂ ਸ਼੍ਰੋਮਣੀ ਪੰਥ ਅਕਾਲੀ ਵੱਡਾ ਦਲ ਇਹਦਾ ਮੁੱਖ ਪ੍ਰਬੰਧਕ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਜੀ, ਮੁਖੀ 14ਵੇਂ ਮੁਖੀ ਉਹਨਾਂ ਦਾ ਪ੍ਰਬੰਧ ਹੈ। ਪਹਿਲਾਂ ਬਾਬਾ ਸੰਤਾ ਸਿੰਘ ਜੀ ਦਾ ਪ੍ਰਬੰਧ ਸੀ। ਇਹ ਬਾਬਾ ਬੋਤਾ ਸਿੰਘ ਜੀ ਬ੍ਰਹਮ ਗਿਆਨੀ ਪੂਰਨ ਮਹਾਂਪੁਰਖ ਜਿਨ੍ਹਾਂ ਦਾ ਆਪ ਨੇ ਦੱਸਿਆ ਕਿ ਤਪ ਸਥਾਨ ਹੈ, ਇਹ ਉਹਨਾਂ ਦਾ ਅੰਗੀਠਾ ਸਾਹਿਬ ਹੈ। ਜਿਨ੍ਹਾਂ ਦੇ ਅੱਗੇ ਦਲ ਪੰਥ ਚਾਹੇ ਵਿਧੀ ਚੰਦੀਏ ਦਲ ਸੰਪਰਦਾਇ, ਚਾਹੇ ਬਾਬਾ ਬਕਾਲਾ ਸਾਹਿਬ ਸੰਪਰਦਾਇ ਆ, ਚਾਹੇ ਨਿੱਕੇ ਮੋਟੇ ਹੋਰ ਦਲ ਨੇ, ਚਾਹੇ ਆਪਣਾ ਬਾਬੇ ਆਪਣਾ ਭਿੱਖੀ ਮੰਡੀਏ ਆ, ਗੁਰੂ ਨਾਨਕ ਦਲ ਵਾਲੇ ਜੋ ਵੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਸਾਰੇ ਦਲ ਪੰਥ ਆ ਕੇ ਬਾਬਾ ਜੀ ਦੇ ਨਮਸਕਾਰ ਕਰਕੇ ਜਾਂਦੇ ਕਿ ਮਹਾਂਪੁਰਖਾਂ ਦਾ ਬਹੁਤ ਪ੍ਰਤਾਪ ਬਹੁਤ ਵੱਡਾ ਸੀਗਾ। ਇਹ ਮਹਾਂਪੁਰਖ ਹੋਏ ਨੇ ਤੇ ਬੜੇ ਜਥੇਦਾਰ ਵੀ ਕਿਸੇ ਸਮੇਂ ਰਹੇ ਨੇ ਬਾਬਾ ਜੀ। ਇਹ ਉਹਨਾਂ ਦਾ ਅੰਗੀਠਾ ਸਾਹਿਬ ਉਹਨਾਂ ਦਾ ਸਥਾਨ ਹੈ ਜਿੱਥੇ ਦਲ ਪੰਥ ਆ ਕੇ ਸਾਰੇ ਤੇ ਆ ਕੇ ਇਸ ਜਗ੍ਹਾ 'ਤੇ ਆ ਕੇ ਮਠਿਆਈ ਸਰ ਵਿਵੇਕ ਦੀ ਅਰਦਾਸ, ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਕਿ ਲੰਗਰ ਕਿ ਲੋਹੇ ਸਰਬਲੋ ਦੇ ਭਾਂਡੇ ਦੀ ਵਰਤਦਾ, ਸੋ ਉਹਦਾ ਸੋਚਮ ਦੀ ਅਰਦਾਸ ਇਸ ਜਗ੍ਹਾ 'ਤੇ। ਬਾਬਿਆਂ ਦਾ ਇੰਨਾ ਹੱਠ ਸੀਗਾ, ਇਹਨਾਂ ਦਾ ਕਮਾਈ ਨਾਮ ਦੀ ਕਮਾਈ ਨਹੀਂ ਸੀ ਕਿ ਬਾਬਾ ਜੀ ਤੋਂ ਆ ਕੇ ਦਲ ਨੇ ਸਾਲ ਬਾਅਦ ਆਉਣਾ, ਉਦੋਂ ਆ ਕੇ ਇਸ ਜਗ੍ਹਾ 'ਤੇ ਆ ਕੇ ਬਾਬਾ ਜੀ ਤੋਂ ਆਪਦੀ ਸੁਧਾਈ ਕਰਵਾਉਣੀ ਕਿ ਬਾਬਾ ਜੀ ਸਾਡੀ ਅਰਦਾਸ ਕਰੋ ਕਿ ਅਸੀਂ ਸਾਲ ਦੇ ਵਿੱਚ ਤੁਰਦਿਆਂ ਫਿਰਦਿਆਂ ਜੋ ਸੁਖਮ ਭੁੱਲਾਂ ਹੋ ਗਈਆਂ ਹੁਣ ਸਾਥੋਂ ਮਰਜ਼ਾਦਾ ਵਿੱਚ ਰਹਿੰਦੇ ਆ, ਉਹ ਇੱਥੇ ਆ ਕੇ ਸਾਰੇ ਮਰਜ਼ਾਦਾ ਨਾਲ ਅਰਦਾਸ ਕਰਵਾ ਕੇ ਉਹਦੇ ਬਾਅਦ ਫਿਰ ਲੰਗਰ ਪਾਣੀ ਬਣਾਉਂਦੇ, ਫਿਰ ਇੱਥੋਂ ਚੱਲ ਅੱਗੇ ਪੈਂਦਾ। ਇਹ ਉਹਨਾਂ ਮਹਾਂਪੁਰਖਾਂ ਵੱਡਿਆਂ ਦਾ ਇਹ ਪਾਵਨ ਸਥਾਨ ਹੈ, ਇਹਦੀ ਇੰਨੀ ਵੱਡੀ ਮਹਾਨਤਾ ਹੈ ਜੀ। ਬਾਬਾ ਜੀ ਇੱਕ ਤੁਸੀਂ ਮੈਨੂੰ ਦੱਸ ਰਹੇ ਸੀ ਕਿ ਉਹ ਕਿੱਕਰ ਜਿੱਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤੇ ਸੀ ਕਿ ਉਹ ਕਿੱਕਰ ਦੀ ਜੜ ਅੱਜ ਵੀ ਮੌਜੂਦ ਹੈ, ਉਹ ਜ਼ਰੂਰ ਇਹ ਗੁਰਦੁਆਰਾ ਸਾਹਿਬ ਦੇ ਬਾਬਾ ਜੀ ਮਹੰਤ ਹੋਏ ਸਨ। ਬਾਬਾ ਜੀ ਮਹਾਂਪੁਰਖ ਇਹਨਾਂ ਤੋਂ ਬਾਅਦ ਇਹਨਾਂ ਦੇ ਚੇਲੇ ਜੋ ਇਹਨਾਂ ਦੇ ਸੇਵਾਦਾਰ ਸਨ, ਇਹਨਾਂ ਦੇ ਗੜਵਈ ਸਨ ਬਾਬਾ ਚਤਨ ਸਿੰਘ ਜੀ, ਦੇਗੀਆ ਸਿੰਘ ਜੀ, ਇਹ ਉਹਨਾਂ ਦਾ ਅਸਥਾਨ ਹੈ, ਉਹਨਾਂ ਦਾ ਅੰਗੀਠਾ ਸਾਹਿਬ ਹੈ ਜੋ ਕਿ ਬਾਬਾ ਜੀ ਤੋਂ ਥੱਲੇ ਨੀਵਾਂ ਕਰਕੇ ਭੋਰਾ ਸਾਹਿਬ ਬਣਾਇਆ ਗਿਆ ਹੈ। ਇਸੇ ਭੋਰੇ ਸਾਹਿਬ ਦੇ ਅੰਦਰ ਹੀ ਉਹਨਾਂ ਦਾ ਅੰਗੀਠਾ ਤੇ ਇਹਦੇ ਅੰਦਰ ਹੀ ਉਹ ਪੁਰਾਣੇ ਕਿੱਕਰ ਦੀ ਜੜ ਆਪ ਜੀ ਨੂੰ ਆਦਰ ਛਕਾਉਣੇ ਆ ਜਾਓ। ਇਹ ਉਹ ਕਿੱਕਰ ਦੀ ਜੜ ਹੈ ਜਿਹਦੇ ਗੁਰੂ ਕਲਗੀਧਰ ਪਾਤਸ਼ਾਹ ਨੇ ਪੁਰਾਤਨ ਸਿੰਘ ਦਾ ਤੇ ਪੁਰਾਤਨ ਮਹਾਂਪੁਰਖ ਦੱਸਦੇ ਹੁੰਦੇ ਸੀ ਕਿ ਇਹ ਪੁਰਾਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਮੌਕੇ ਦੀ ਜੋ ਕਿੱਕਰ ਸੀ, ਜਿੱਥੋਂ ਗੁਰੂ ਸਾਹਿਬ ਨੇ ਹੁਕਮ ਦੇ ਨਾਲ ਮਠਿਆਈਆਂ ਚੜ੍ਹਾਈਆਂ ਸੀਗੀਆਂ, ਇਹ ਉਸ ਕਿੱਕਰ ਦੀ ਜੜ ਸਾਂਭੀ ਹੋਈ ਹੈ ਭਰਾ ਨੇ, ਇਹ ਉਹ ਕਿੱਕਰ ਦੀ ਜੜ ਹੈ। ਬਾਬਾ ਜੀ ਕੋਈ ਖਾਸ ਦਿਹਾੜਾ ਗੁਰਦੁਆਰਾ ਸਾਹਿਬ ਮਨਾਇਆ ਜਾਂਦਾ ਹੋਵੇ ਤੇ ਸੰਗਤ ਨੇ ਉਸ ਦਿਨ ਆਉਣਾ ਹੋਵੇ, ਉਹ ਜ਼ਰੂਰ ਸਾਂਝਾ ਕਰੋ। ਇੱਥੇ ਖਾਸ ਦਿਹਾੜਾ ਮੱਸਿਆ ਦਾ ਦਿਹਾੜਾ ਮਨਾਇਆ ਜਾਂਦਾ, ਪਾਵਨ ਮੱਸਿਆ ਦਾ ਦਿਹਾੜਾ ਹਰ ਮਹੀਨੇ ਦੇ ਮਹੀਨੇ ਮੱਸਿਆ ਜੋੜਾ ਮੇਲਾ ਭਰਦਾ, ਜਿੱਥੇ ਸੰਗਤਾਂ ਦੂਰੋਂ ਨੇੜਿਓਂ ਸਾਰੀ ਸੰਗਤਾਂ ਇੱਥੇ ਆ ਕੇ ਹਾਜ਼ਰੀ ਭਰਦੀਆਂ ਨੇ। ਇੱਥੇ ਜਿਸ ਤਰ੍ਹਾਂ ਆਪ ਜੀ ਨੇ ਦੱਸਿਆ ਕਿ ਗੁਰੂ ਨਾਨਕ ਸਾਹਿਬ ਦਾ ਪਾਵਨ ਸਥਾਨ 'ਤੇ ਖੁਰਕ ਦੇ ਇਸ਼ਨਾਨ ਵਾਸਤੇ ਸੰਗਤਾਂ ਆਉਂਦੀਆਂ ਨੇ ਦੂਰੋਂ ਨੇੜਿਓਂ ਚੱਲ ਕੇ, ਅਤੇ ਮਹਾਰਾਜ ਦੀ ਕਿਰਪਾ ਨਾਲ ਉਹ ਰਾਜੀ ਹੋ ਕੇ ਜਾਂਦੀਆਂ ਨੇ। ਫਿਰ ਇੱਥੇ ਸੰਗਤਾਂ ਜਿਸ ਤਰ੍ਹਾਂ ਕਿ ਬੱਚਿਆਂ ਵਾਸਤੇ ਜਿਹਨਾਂ ਦੇ ਕੋਈ ਬੱਚਾ ਨਹੀਂ ਹੈ, ਔਲਾਦ ਨਹੀਂ ਹੈਗੀ, ਉਹ ਸਤਿਗੁਰਾਂ ਦੇ ਦਰ 'ਤੇ ਆਉਂਦੀਆਂ ਨੇ, ਉਹਨਾਂ ਦੇ ਦਰਸਾਂ ਬੇਨਤੀਆਂ ਮੱਸਿਆ ਹੁੰਦੀਆਂ ਨੇ ਅਤੇ ਉਹ ਸੰਗਤਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਝੋਲੀਆਂ ਭਰ ਕੇ ਇੱਥੋਂ ਖੁਸ਼ੀਆਂ ਨਾਲ ਜਾਂਦੀਆਂ ਨੇ। ਇਸ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਇੱਥੇ ਅਖੰਡ ਪਾਠ ਸਾਹਿਬ ਪਾਠ ਸਾਹਿਬ ਦੇ ਪ੍ਰਵਾਹ ਚੱਲਦੇ ਹਨ ਅਤੇ ਇੱਥੇ ਸ਼ਹੀਦੀ ਦੇਗਾਂ ਦੀਆਂ ਸੇਵਾਵਾਂ, ਕੜਾਹ ਪ੍ਰਸ਼ਾਦ ਦੀਆਂ ਸੇਵਾਵਾਂ ਸੰਗਤਾਂ ਹਾਜ਼ਰ ਕਰਕੇ ਅਤੇ ਅਰਦਾਸਾਂ ਬੇਨਤੀਆਂ ਕਰਾਉਂਦੀਆਂ ਹਨ। ਇਹ ਪਾਵਨ ਸਥਾਨ ਦੀ ਮਰਜ਼ਾਦਾ ਇੱਥੋਂ ਦੀ ਅਤੇ ਲੋ ਲੰਗਰ ਦੇਗ ਤੇ ਤਪਦੀ ਇੱਥੇ। ਸੋ ਬਾਬਾ ਜੀ ਬਹੁਤ ਬਹੁਤ ਮਿਹਰਬਾਨੀ, ਤੁਸੀਂ ਗੁਰੂ ਸਾਹਿਬ ਦੇ ਇਤਿਹਾਸ ਤੋਂ ਸੰਗਤ ਨੂੰ ਜਾਣੂ ਕਰਵਾਇਆ। ਸੰਗਤ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀ ਦੇਖ ਰਹੀ ਹੈ ਉਹ ਬਹੁਤ ਧੰਨ ਹੋਈ ਹੋਊਗੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਅਸੀਂ ਵੀ ਸਤਿਗੁਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਆਪਦੇ ਚਰਨਾਂ 'ਚ ਸੇਵਾ ਕਰਨ ਦਾ, ਝਾੜੂ ਫੇਰਨ ਦਾ ਸਾਨੂੰ ਇੱਥੇ ਮੌਕਾ ਬਖਸ਼ਿਸ਼ ਕੀਤਾ। ਸੋ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਵੀ ਚੜ੍ਹਦੀ ਕਲਾ ਰੱਖਣਾ, ਆਪਦੇ ਚੈਨਲ ਦੀ ਵੀ ਚੜ੍ਹਦੀ ਕਲਾ ਰੱਖਣਾ। ਸੋ ਸਾਰੀ ਸੰਗਤ ਦਾ ਧੰਨਵਾਦ ਜੀ। ਮੇਰਾ ਦਾਸ ਦਾ ਨਾਮ ਮਹੰਤ ਸਤਨਾਮ ਸਿੰਘ, ਅਸੀਂ ਇੱਥੇ ਆਪਦਾ ਪਰਿਵਾਰ ਹੀ ਸੇਵਾ ਕਰ ਰਹੇ ਹਾਂ, ਬਾਬਾ ਜੀ ਵੱਲੋਂ ਲਾਈ ਗਈ ਹੈ ਸੇਵਾ। ਪਹਿਲੇ ਸਮੇਂ ਤੋਂ ਪਹਿਲਾਂ ਸਾਡੇ ਪਿਤਾ ਜੀ ਸੇਵਾ ਕਰਦੇ ਸੀ, ਸਾਡੇ ਬਾਬਾ ਜੀ ਸੇਵਾ ਕਰਦੇ ਸੀਗੇ, ਹੁਣ ਅਸੀਂ ਆਪ ਸੇਵਾ ਕਰ ਰਹੇ ਹਾਂ। ਸੋ ਅਸੀਂ ਇੱਥੇ ਪਰਿਵਾਰ ਹੀ ਸਾਰਾ ਸੇਵਾ ਕਰਦੇ ਹਾਂ ਪਹਿਲੇ ਦਿਨ ਤੋਂ। ਅਤੇ ਜਿਹੜੀ ਸੰਗਤ ਨੇ ਇੱਥੇ ਆਉਣਾ ਹੋਵੇ, ਮੇਰਾ ਫ਼ੋਨ ਨੰਬਰ ਹੈ 94 788 84 488 94 788 84 488। ਜਿਹੜੀ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਣਾ ਚਾਹੁਣ,
ਜਿਨ੍ਹਾਂ ਨੂੰ ਰਸਤੇ ਦਾ ਨਾਂ ਪਤਾ ਲੱਗੇ ਉਹ ਫੋਨ 'ਤੇ ਸੰਪਰਕ ਕਰ ਸਕਦੇ ਹਨ। ਸਤਿਗੁਰਾਂ ਦਾ ਪਾਵਨ ਸਥਾਨ, ਇੱਥੋਂ ਦਮਦਮਾ ਸਾਹਿਬ ਵੀ 18 ਕਿਲੋਮੀਟਰ ਹੈ ਅਤੇ ਇੱਥੋਂ ਮਾਨਸਾ ਸ਼ਹਿਰ ਵੀ 18 ਕਿਲੋਮੀਟਰ ਹੈ। ਉਹਦੇ ਵਿਚਕਾਰ ਇਹ ਸਥਾਨ ਸੁਸ਼ੋਭਿਤ ਹੈ ਗੁਰੂ ਗੋਬਿੰਦ ਸਿੰਘ ਅਤੇ ਗੁਰੂ ਨਾਨਕ ਸਾਹਿਬ ਦਾ। ਇੱਥੋਂ ਲਾਗੇ ਵੈਸੇ ਸੂਲੀਸਰ ਆਪਣਾ ਗੁਰੂ ਤੇਗ ਬਹਾਦਰ ਸਾਹਿਬ ਦਾ ਸਥਾਨ ਵੀ ਹੁੰਦਾ। ਇੱਧਰ ਟਾਹਲਾ ਸਾਹਿਬ ਵੀ ਗੁਰੂ ਤੇਗ ਦਸਵੇਂ ਪਾਤਸ਼ਾਹ ਦਾ ਸਥਾਨ ਹੁੰਦਾ। ਇੱਥੋਂ ਤਿੱਤਰਸਰ ਵੀ ਆ ਜਾਂਦਾ ਆਪਣਾ ਮੌੜ ਮੰਡੀ ਦੇ ਵਿੱਚ ਸਥਾਨ। ਲੇਕਿਨ ਇਸ ਇਲਾਕੇ ਦੇ ਵਿੱਚ ਇਹੀ ਸਥਾਨ ਇਤਿਹਾਸਕ ਸਥਾਨ ਹੈ। ਸੋ ਸਾਰਿਆਂ ਦਾ ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਉਮੀਦ ਹੈ ਕਿ ਜਿਹੜੀ ਸੰਗਤ ਨੇ ਦਰਸ਼ਨ ਕੀਤੇ ਹੋਣੇ ਆ ਗੁਰੂ ਸਾਹਿਬ ਦੇ ਪਾਵਨ ਪਵਿੱਤਰ ਸਥਾਨ ਦੇ, ਉਹ ਧੰਨ ਹੋਈ ਹੋਣੀ ਹੈ। ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਸੰਗਤ ਵੀ ਗੁਰੂ ਸਾਹਿਬ ਦੇ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਸਕੇ। ਦੇਖਦੇ ਰਹੋ ਸ਼ਾਹਬਾਦ ਚੈਨਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।